ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਸਿੱਧਾ ਚੰਡੀਗੜ੍ਹ ਲੈ ਕੇ ਚੱਲਦੇ ਜਿੱਥੇ ਪੰਜਾਬ ਪੁਲਿਸ ਦੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ। ਤਾਂ ਉਹਨਾਂ ਨਾਲ ਵੀ ਜਿਹੜਾ ਜੋ ਚੂਜ਼ ਹੋਈ ਹੈ ਉਹ ਵੀ ਤੁਹਾਡੇ ਸਾਹਮਣੇ ਹੈ, ਠੀਕ ਹੈ। ਉਹਦੇ ਬਾਰੇ ਮੈਂ ਕੋਈ ਪੋਲੀਟੀਕਲ ਚ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਪਰ ਮੈਂ ਕੀਤਾ ਉਹਨਾਂ ਦੀ ਸਟਰੈਂਥ ਨਾਲ ਹੀ ਸੀਗਾ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ, ਠੀਕ ਹੈ। ਤਾਂ ਆਫਟਰ ਦੈਟ ਜਦੋਂ ਇਹਨਾਂ ਨੇ ਮੈਨੂੰ ਸਸਪੈਂਡ ਕਰ ਦਿੱਤਾ ਤਾਂ ਫਿਰ ਨੈਚੁਰਲੀ ਮਤਲਬ ਗੁੱਸਾ ਵੀ ਸੀਗਾ ਇਸ ਚੀਜ਼ ਦਾ, ਆਪਾਂ ਕਹਿ ਸਕਦੇ ਹਾਂ, ਜਾਂ ਮੇਰੇ ਦਿਮਾਗ ਵੀ ਸੀ, ਮੇਰੇ ਮਾਨਸਿਕ ਦਬਾਅ ਵੀ ਹੈ ਮੇਰੇ ਤੇ ਇਸ ਚੀਜ਼ ਦਾ, ਠੀਕ ਹੈ। ਧਮਕੀਆਂ ਦੇ ਰਹੇ ਆ, ਮਤਲਬ ਬੱਚਿਆਂ ਤੱਕ ਮੈਂ ਡਿਟੇਲ ਰਿਪੋਰਟਾਂ ਡੀਜੀਪੀ ਸਾਹਿਬ ਨੂੰ ਮਤਲਬ ਲਿਖ ਕੇ ਭੇਜੀਆਂ ਹੋਈਆਂ ਆਪਣੀਆਂ ਦੁਬਾਰਾ ਵੀ ਮੇਰੇ ਨਾਲ ਆਹ ਚੀਜ਼ਾਂ ਹੋ ਰਹੀਆਂ, ਬਹੁਤ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹਦੀ ਕਾਪੀ ਪ੍ਰੋਵਾਈਡ ਕਰ ਦੂੰਗਾ। ਉਸ ਤੋਂ ਬਾਅਦ ਵੀ ਮਤਲਬ ਜੋ ਆਰਡਰ ਜਾਰੀ ਹੋਇਆ ਉਹ ਮੇਰੀ ਸਸਪੈਂਸ਼ਨ ਦਾ ਹੀ ਹੋਇਆ, ਠੀਕ ਹੈ। ਤਾਂ ਨੈਚੁਰਲੀ ਫਿਰ ਮੈਂ ਇਹਦੀ ਡੈਪਥ ਵਿੱਚ ਤਾਂ ਮੈਂ ਜਾਣਾ ਹੀ ਸੀ, ਪਹਿਲਾਂ ਮੈਨੂੰ ਕੁਝ ਪਤਾ ਲੱਗਿਆ ਸੀਗਾ ਕਿ ਇਹਦੇ ਤੇ ਕੇਸ ਵਗੈਰਾ ਕੋਈ ਰਜਿਸਟਰ ਹੈਗੇ ਆ। ਤਾਂ ਮੈਂ ਸਰਾਭਾ ਨਗਰ ਥਾਣੇ ਦੀ ਇੱਕ FIR ਦਾ ਆਪਣਾ ਇਨਫਲੂਐਂਸ ਨਾਲ ਪਤਾ ਕਰਾ ਕੇ ਉਹਦੇ ਤੇ ਸਟੱਡੀ ਕੀਤਾ। ਜੋ ਸਟੱਡੀ ਕੀਤਾ ਤਾਂ ਉਹਦੇ ਵਿੱਚੋਂ ਜੋ ਕੁਝ ਮਿਲਿਆ ਉਹ ਹੈਰਾਨੀਜਨਕ ਹੈ, ਔਰ ਮਤਲਬ ਮੈਨੂੰ ਖੁਦ ਹੈਰਾਨੀ ਹੈ ਕਿ ਮਤਲਬ ਇਹ ਜਿਹੇ ਹੀਨੀਅਸ ਕ੍ਰਾਈਮਸ, ਇਹ ਜਿਹੇ ਮਤਲਬ ਮਰਡਰਸ, ਬੰਬ ਬਲਾਸਟ ਜਿਹੜੇ ਇਹਨਾਂ ਨੇ ਆਪਣੇ ਕਨਫੈਸ਼ਨ ਕੀਤੇ ਹੋਏ ਆਪਣੇ ਵੱਲੋਂ, ਉਹਨਾਂ ਦੇ ਵਿੱਚ ਇਹਨੂੰ ਕਿਵੇਂ ਚਲਾਨ ਹੀ ਨਹੀਂ ਕੀਤਾ ਗਿਆ। ਮਤਲਬ ਕਿ ਇਹ ਆਦਮੀ 92 ਵਿੱਚ ਹੀ ਇੰਨਾ ਸਟਰੋਂਗ ਸੀ ਤੇ ਅੱਜ ਤਾਂ ਤੁਸੀਂ ਦੇਖੋ ਮਿਨਿਸਟਰ ਹੈ। ਮਤਲਬ ਉਦੋਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਰਿਹਾ। ਕੋਈ ਮੇਰੇ ਖਿਆਲ ਹੈ ਕਦੇ ਕੋਈ ਇਹ ਰਿਕਾਰਡ ਨਾ ਪਹਿਲਾਂ ਹੋਇਆ ਹੋਏਗਾ ਤੇ ਨਾ ਅਗਾਂਹ ਹੋਏਗਾ ਕਿ ਇਸ ਤਰ੍ਹਾਂ ਦੇ ਮਤਲਬ 4 ਮਰਡਰ, ਬੰਬ ਬਲਾਸਟ, ਠੀਕ ਹੈ, ਕਨਸਪੀਰੇਸੀ ਆਫ ਮਰਡਰ, ਇਹਨਾਂ ਚੀਜ਼ਾਂ ਦੇ ਵਿੱਚ ਇੱਕ ਬੰਦਾ ਆਪਣੇ ਕਨਫੈਸ਼ਨਲ ਬਿਆਨ, ਮੈਂ ਦੁਬਾਰਾ ਕਹਿਣਾ ਚਾਹੂੰਗਾ, ਪੁਲਿਸ ਦੀ ਕਸਟਡੀ ਵਿੱਚ ਬਿਆਨ ਨਹੀਂ ਹੈਗਾ, ਉਹ ਹੈ ਕਨਫੈਸ਼ਨਲ ਸਟੇਟਮੈਂਟ। ਜਿਹੜਾ ਟਾਡਾ ਐਕਟ ਹੈ ਅੱਤਵਾਦ ਦੇ ਵਿੱਚ ਰੋਕੂ ਦੇ ਵਿੱਚ ਇਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀਗਾ, ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ 15 ਦੇ ਵਿੱਚ ਵੀ ਜੇ ਤੁਸੀਂ SP ਜਾਂ ਅਬਵ, ਨਾਟ DSP, SP ਵੀ SP ਜਾਂ ਅਬਵ ਦੇ ਕੋਲ ਜਿਹੜੀ ਕਨਫੈਸ਼ਨ ਦਿੰਦੇ ਹੋ ਆਪਣੀ ਮਰਜ਼ੀ ਦੇ ਨਾਲ, ਉਹਦਾ ਪ੍ਰੋਸੀਜਰ ਹੈ, ਉਹਨੂੰ ਇਕੱਲੇ ਬੁਲਾਇਆ ਜਾਂਦਾ, ਹੱਥਕੜੀ ਖੁਲਾਈ ਜਾਂਦੀ, ਉਹਨੂੰ ਕੰਫਰਟ ਦਿੱਤਾ ਜਾਂਦਾ ਵੀ ਉਹ ਆਪਣੇ ਪ੍ਰੈਸ਼ਰ ਨਾਲ ਉੱਤੇ ਹੋਵੇ। ਉਹ ਪ੍ਰੋਸੀਜਰ ਸਾਰਾ ਅਡਾਪਟ ਕਰਨ ਤੋਂ ਬਾਅਦ ਜੇ ਉਹ ਸਟੇਟਮੈਂਟ ਤੁਸੀਂ ਦਿੰਦੇ ਹੋ ਤੇ ਫਿਰ ਮਤਲਬ ਤੁਸੀਂ ਉਹਦੇ ਤੇ ਮਤਲਬ ਉਹ ਐਵੀਡੈਂਸ ਦੇ ਤੌਰ ਤੇ ਤੁਹਾਡੇ ਨਾਲ ਉਹ ਮਤਲਬ ਯੂਜ਼ ਕੀਤੀ ਜਾ ਸਕਦੀ। ਤਾਂ ਉਹ ਕਨਫੈਸ਼ਨਲ ਸਟੇਟਮੈਂਟ ਇਹਦੀ, ਇਹਦੇ ਬ੍ਰਦਰ ਤਾਏ ਦੇ ਲੜਕੇ ਦੀ, ਇਹਦੇ ਤਾਏ ਦੀ, ਤਿੰਨਾਂ ਜਣਿਆਂ ਦੀਆਂ, ਉਹ ਸਾਰੀਆਂ ਵਾਰਦਾਤਾਂ ਦੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਊਂਗਾ ਬਾਅਦ ਦੇ ਵਿੱਚ, ਉਹ ਹੋਈ ਹੈ। ਉਸ ਦੇ ਬਾਵਜੂਦ ਵੀ, ਠੀਕ ਹੈ, ਜਿਹੜਾ ਸਿਰਫ ਇਹਨੂੰ ਆਪਣੇ ਜੇ 100% ਆਪਾਂ ਕਹੀਏ ਇਹਦਾ ਕ੍ਰਾਈਮ ਗਣੀਏ ਤਾਂ ਇਹਨੂੰ 5% ਚਲਾਨ ਕੀਤਾ ਗਿਆ, 95% ਵਿੱਚ ਇਹਨੂੰ ਚਲਾਨ ਹੀ ਨਹੀਂ ਕੀਤਾ ਗਿਆ। ਤੇ ਜਿਹੜੇ 5% 'ਚ ਇਹਨੂੰ ਚਲਾਨ ਕੀਤਾ ਗਿਆ ਉਹ ਇਹਨੇ ਮਤਲਬ ਉੱਥੋਂ ਜਿਹੜੇ ਓਰੀਜਨਲ ਡਾਕੂਮੈਂਟ ਸੀਗੇ ਉੱਥੋਂ ਮਿਸ ਕਰਾ ਕੇ ਤੇ ਸਾਰਾ ਮਤਲਬ ਉਹ ਸਰ ਮੈਨੀਪੂਲੇਸ਼ਨ ਦਿਖਾਈ ਦੇ ਰਹੀ ਹੈ। ਅਸੀਂ ਸਾਰਾ ਪੜ੍ਹਿਆ, ਬਾਕੀ ਸਾਰਾ ਆਉਣ ਵਾਲੇ ਸਮੇਂ ਵਿੱਚ ਮੈਂ ਐਪਲੀਕੇਸ਼ਨ ਦੇ ਦਿੱਤੀ ਹੈ ਜਿਹਦੇ ਰਿਗਾਰਡਿੰਗ ਖੁਦ ਆਪਣੇ ਵੱਲੋਂ ਵੀ ਮੈਂ ਇਹਦੀ ਪੈਰਵਾਈ ਖੁਦ ਕਰੂੰਗਾ। ਜੇ ਸਾਰੇ ਕੇਸ ਹੈ ਜਿਹੜੇ ਹੈਗੇ ਇਹਨਾਂ ਨੂੰ ਇਹਦੇ ਅੰਜਾਮ ਤੱਕ ਲੈ ਕੇ ਜਾਵਾਂਗੇ। ਤਾਂ ਉਹਨਾਂ ਨੇ ਉਹ ਆਪਣੀ ਇਸ ਤਰੀਕੇ ਦੀ ਆਪਣੀ ਕਰਕੇ ਮੈਨੀਪੂਲੇਸ਼ਨ, ਉਹ ਕੇਸ ਦੇ ਵਿੱਚੋਂ ਇਹ ਟੈਕਨੀਕਲੀ ਬਰੀ ਹੋਇਆ, ਬੇਗੁਨਾਹ ਨਹੀਂ ਹੈ। ਟੈਕਨੀਕਲੀ ਬਰੀ ਹੋਣਾ ਹੁੰਦਾ ਵੀ ਇਹ ਡਾਕੂਮੈਂਟ ਨਹੀਂ ਹੈਗੇ ਇਸ ਕਰਕੇ ਪ੍ਰੂਵ ਨਹੀਂ ਹੋ ਸਕਦਾ। ਤੇ ਉਹ ਡਾਕੂਮੈਂਟ ਜਿਹੜੇ ਜਿੱਥੇ ਹੈਗੇ ਸੀ ਉੱਥੋਂ ਡਾਕੂਮੈਂਟ ਮੰਗੇ ਹੀ ਨਹੀਂ ਗਏ। ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਮੈਂ ਉੱਥੋਂ ਲੈ ਲਏ ਹੈ, ਮੇਰੇ ਕੋਲ ਸਾਰੀਆਂ ਸਰਟੀਫਾਈਡ ਕਾਪੀਆਂ ਹੈਗੀਆਂ, ਐਵਰੀਥਿੰਗ ਇਜ਼ ਅਵੇਲੇਬਲ ਔਨ ਦੀ ਰਿਕਾਰਡ। ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕੋਈ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਨਾ ਕਿਹਾ ਜਾਵੇ ਕਿ ਮੇਰੇ ਇਲਜ਼ਾਮ, ਕੋਈ ਇਲਜ਼ਾਮ ਨਹੀਂ ਹੈ, ਇਟਸ ਆਲ ਐਵੀਡੈਂਸ, ਠੀਕ ਹੈ। ਕੋਈ ਇਲਜ਼ਾਮ ਨਹੀਂ ਹੈ, ਪ੍ਰੂਵਡ ਹੈ, ਪਰਚੇ ਦਰਜ ਹੋਏ ਹੋਏ ਜਿਹੜੇ ਇਹਨਾਂ ਨੇ ਦਿੱਤੇ ਆ ਆਪਣੇ ਕਨਫੈਸ਼ਨ ਦੇ ਵਿੱਚ, ਉਹ ਉਹਨਾਂ ਹੀ ਬੰਦਿਆਂ ਨੇ ਉਹ ਕ੍ਰਾਈਮ ਕਮਿਟ ਕੀਤੇ ਹੋਏ। ਗੁੜ ਮੰਡੀ ਜਿਹੜਾ ਬੰਬ ਧਮਾਕਾ ਹੋਇਆ, ਸੁਜੈਸ਼ਨ ਇਹਦੇ ਵੱਲੋਂ ਹੈ ਕਿ ਇਹਨੇ ਦੱਸਿਆ ਵੀ ਉੱਥੇ ਜਾ ਕੇ ਬੰਬ ਧਮਾਕਾ ਕਰੋ। ਤੁਸੀਂ ਹੱਦ ਦੇਖੋ ਕਿ ਇੱਕ ਗੁੜ ਮੰਡੀ ਜਿਹੜਾ ਸਾਡਾ ਬਹੁਤ ਭੀੜ ਭੜੱਕੇ ਵਾਲਾ ਇਲਾਕਾ ਹੈ, ਠੀਕ ਹੈ। ਤਾਂ ਉਹ ਅੱਤਵਾਦੀ ਜਦੋਂ ਇਹ ਪੁੱਛਦੇ ਆ ਇਹਨਾਂ ਕੋਲੋਂ ਵੀ ਹਾਂ ਅਸੀਂ ਕਿੱਥੇ ਧਮਾਕਾ ਕਰੀਏ, ਤਾਂ ਇਹ ਮਾਨਯੋਗ ਮੰਤਰੀ ਸਾਹਿਬ ਨੂੰ ਸੁਜੈਸਟ ਕਰ ਰਹੇ ਆ ਕਿ ਤੁਸੀਂ ਉੱਥੇ ਜਾ ਕੇ ਧਮਾਕਾ ਕਰੋ ਕਿ ਉੱਥੇ ਕੈਜੂਅਲਟੀ ਜ਼ਿਆਦਾ ਹੋਣਗੀ, ਠੀਕ ਹੈ। ਤਾਂ ਉਹਨਾਂ ਹੀ ਬੰਦਿਆਂ ਨੇ ਉੱਥੇ ਜਾ ਕੇ ਉਹ ਧਮਾਕਾ ਕੀਤਾ, ਠੀਕ ਹੈ। ਬੰਬ ਕਿੱਥੇ ਬਣੇ? ਇਹਨਾਂ ਦੀ ਡੇਅਰੀ ਦੇ ਵਿੱਚ, ਠੀਕ ਹੈ। ਇਹਨਾਂ ਦਾ ਆਪਣਾ ਕਨਫੈਸ਼ਨ ਹੈ। ਉੱਥੋਂ ਵੈਪਨ ਰਿਕਵਰ ਹੋਏ, ਠੀਕ ਹੈ, ਜਿਨ੍ਹਾਂ ਵਿੱਚ ਜੋ ਮੇਰੀ ਜਾਣਕਾਰੀ ਹੈ ਅਸਾਲਟਾਂ ਸੀ, ਮਾਊਜ਼ਰ ਸੀ, ਹੈਂਡ ਗ੍ਰਨੇਡ ਸੀ, ਜਿਨ੍ਹਾਂ ਦਾ ਇਹਦੇ ਤਾਨਾਂ ਤੇ ਕੇਸ ਹੀ ਦਰਜ ਨਹੀਂ ਕੀਤਾ ਗਿਆ। ਔਰ ਇਹਨਾਂ ਦੇ ਆਪਣੇ ਕਨਫੈਸ਼ਨ 'ਚ ਵੀ ਹੈ, ਇਹਨਾਂ ਨੇ ਇੱਕ ਟੈਲੀਗ੍ਰਾਮ ਕੀਤੀ ਸੀਗੀ ਜਦੋਂ ਇਹਨੂੰ ਫੜਿਆ ਸੀਗਾ, ਉਹਦੇ ਵਿੱਚ ਉਹਨਾਂ ਨੇ ਮੰਨਿਆ, ਇਹਨਾਂ ਦੇ ਤਾਏ ਨੇ, ਵੀ ਜਿਹੜੇ ਵੈਪਨ ਤਾਂ ਸਾਡੇ ਆਲਰੇਡੀ ਡੇਅਰੀ 'ਚੋਂ ਰਿਕਵਰ ਹੋ ਹੀ ਚੁੱਕੇ ਆ, ਹੁਣ ਇਹਨਾਂ ਨੂੰ ਕਿਉਂ ਫੜਿਆ ਹੋਇਆ। ਇਸ ਤਰ੍ਹਾਂ ਦਾ ਮਤਲਬ ਸਾਰਾ ਮਟੀਰੀਅਲ ਜਿਹੜਾ ਹੈਗਾ ਇਹ ਔਨ ਰਿਕਾਰਡ ਹੈਗਾ। ਇਹ ਸਾਰੇ ਕੇਸ ਜਿਹੜੇ ਹੈਗੇ ਆ ਇਹਨਾਂ ਤੇ ਟ੍ਰਾਇਲ ਹੋਣਗੇ ਜੀ। ਜਿਹੜਾ ਕੇਸ 'ਚੋਂ ਬਰੀ ਹੋਏ ਆ ਉਹ ਕੇਸ ਰੀਓਪਨ ਹੋਊਗਾ। 5 ਕੇਸ ਬਣਦੇ ਆ। ਇੱਕ ਤਾਂ ਟ੍ਰਿਪਲ ਮਰਡਰ ਹੋਇਆ ਸੀਗਾ ਪਾਇਲ ਥਾਣੇ ਦੇ ਵਿੱਚ, ਉਹਦੇ ਵਿੱਚ ਜਿਹੜੇ ਇਹਨਾਂ ਦੀ ਡੇਅਰੀ ਤੇ ਬੈਠ ਕੇ ਉਹ ਕਨਸਪੀਰੇਸੀ ਹੋਈ ਸੀ, ਉਹ ਬੰਦੇ ਜਾ ਕੇ ਮਾਰ ਕੇ ਆਏ ਸੀ, ਉਹਨਾਂ ਨੂੰ ਇਹਨਾਂ ਨੇ ਸੰਭਾਲਿਆ ਸੀ ਵਾਪਸ ਆਇਆ ਨੂੰ, ਠੀਕ ਹੈ। ਉਹ ਕਿਸੇ ਉਸ ਟਾਈਮ ਦੇ ਅਫਸਰਾਂ ਨੇ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਉਸ ਥਾਣੇ ਨੂੰ ਵੀ ਇਹਨਾਂ ਨੇ ਇਹ ਕਨਫੈਸ਼ਨ ਕੀਤਾ। ਔਰ ਇੱਥੋਂ ਤਾਂ ਛੱਡੋ, ਇਹ ਤਾਂ ਫਿਰ ਦੂਜੇ ਥਾਣੇ ਨੂੰ ਇਨਫੋਰਮ ਕਰਨਾ ਸੀ। ਇੱਕ ਹੈੱਡ ਕਾਂਸਟੇਬਲ ਦਾ ਮਰਡਰ ਇਸੇ ਥਾਣੇ ਵਿੱਚ ਹੋਇਆ, ਸੇਮ ਪੁਲਿਸ ਸਟੇਸ਼ਨ ਦੇ ਵਿੱਚ ਜਿੱਥੇ ਇਹਨਾਂ ਦੇ ਟਾੜ ਦਾ ਪਰਚਾ ਦਿੱਤਾ ਹੈ, ਨਹੀਂ ਜੀ ਸਰਾਭਾ ਨਗਰ। ਔਰ ਉਸ ਤੋਂ ਪਹਿਲਾਂ ਹੋਇਆ ਇਹ FIR ਨੰਬਰ 50 ਹੈ ਜੀ, ਚਲਾਨ ਕੀਤਾ FIR ਨੰਬਰ 40 ਹੈ। ਤਾਂ ਉਹਦੇ ਵਿੱਚ ਵੀ ਮਤਲਬ ਜਿਹੜਾ ਆਪਣੇ ਥਾਣੇ ਦਾ ਹੈਗਾ ਸੀਗਾ, ਜਿਹਦੇ ਵਿੱਚ ਕਨਫੈਸ਼ਨ ਕਰਦੇ ਵੀ ਉਹ ਬੰਦਿਆਂ ਨੇ ਸਾਡੇ ਮਤਲਬ ਜਾ ਕੇ ਉਹ ਮਾਰ ਕੇ ਆਏ, ਬੰਦਾ ਜ਼ਖਮੀ ਹੋ ਗਿਆ, ਫਿਰ ਉਹ ਮਰ ਗਿਆ। ਉਸ ਤੋਂ ਬਾਅਦ ਤਾਂ ਹੈੱਡ ਕਾਂਸਟੇਬਲ ਸ਼ਾਮ ਸੁੰਦਰ ਉਹਦਾ ਨਾਮ ਸੀ, ਉਹਦਾ ਮਰਡਰ ਦਾ ਮਤਲਬ ਟ੍ਰਾਇਲ ਹੋਇਆ। ਉਸ ਤੋਂ ਬਾਅਦ ਕਿਸੇ ਨੇ ਨਾ ਪ੍ਰੋਸੀਕਿਊਸ਼ਨ ਨੇ ਨਾ ਪੁਲਿਸ ਨੇ ਇਹਨਾਂ ਨੂੰ ਉਹਦੇ 'ਚ ਚਲਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਇਦੋਂ ਵੱਡੀਆਂ ਮੇਜਰ ਇਰੈਗੂਲਰਿਟੀਜ਼ ਮੈਂ ਜ਼ਿੰਦਗੀ ਵਿੱਚ ਨਾ ਤੁਸੀਂ ਕਿਸੇ ਨੇ ਸੁਣੀਆਂ ਹੋਣਗੀਆਂ ਨਾ ਦੇਖੀਆਂ ਹੋਣਗੀਆਂ। ਤਾਂ ਇੱਥੋਂ ਸਿੱਧ ਹੁੰਦਾ ਕਿ ਮਤਲਬ ਇਹਨਾਂ ਦਾ ਇਨਫਲੂਐਂਸ ਉਦੋਂ ਹੀ ਕਿੰਨਾ ਸੀ। ਅੱਜ ਤਾਂ ਮੈਂ ਕੀ ਹੈ ਇਹਨਾਂ ਲੋਕਾਂ ਦੇ ਸਾਹਮਣੇ, ਠੀਕ ਹੈ, ਜੋ ਤੁਸੀਂ ਹਾਲਾਤ ਮੇਰੇ ਦੇਖ ਰਹੇ ਹੋ, ਠੀਕ ਹੈ, ਉਹ ਮਤਲਬ ਤੁਹਾਡੇ ਸਾਹਮਣੇ ਹੀ ਹੈਗੇ ਕਿ ਮੈਂ ਕੋਈ ਐਰੋਗੈਂਸ ਦੇ ਵਿੱਚ ਤਾਂ ਆਇਆ ਨਹੀਂ ਹੋਇਆ। ਮੈਂ ਤਾਂ ਆਪਣੀ ਲਾਈਫ ਪ੍ਰੋਟੈਕਸ਼ਨ ਕਰਕੇ ਆਇਆ ਹੋਇਆ, ਜੋ ਮੇਰੀ ਹਾਲਾਤ ਇਹਨਾਂ ਨੇ ਬਣਾਏ ਹੋਏ, ਠੀਕ ਹੈ। ਤਾਂ ਜਿਸ ਤਰ੍ਹਾਂ ਮੈਂ ਸਰਵਾਈਵ ਕਰ ਰਿਹਾ, ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਉਹ ਜਾਣਾ ਚਾਹੁੰਦਾ। ਸਿਰਫ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਮੰਦਿਰ ਹੈ, ਜਿਹੜਾ ਆਪਣਾ ਸੰਸਦ ਹੈ ਸਾਡੀ, ਜਿਹੜੇ ਵਿਧਾਨ ਸਭਾ ਹੈ, ਇਹਦੇ ਵਿੱਚ ਜਿਹੜੇ ਬੰਦੇ ਚੁਣ ਕੇ ਜਾਂਦੇ ਆ ਉਹ ਸਹੁੰ ਖਾ ਕੇ ਜਾਂਦੇ। ਉਹ ਸਹੁੰ ਖਾ ਕੇ ਜਿਹੜੇ ਬੰਦੇ ਜਾਂਦੇ ਆ, ਸੈਸ਼ਨ ਚੱਲ ਰਿਹਾ, ਠੀਕ ਹੈ, ਕੱਲ ਨੂੰ ਮੈਂ ਉਹਨਾਂ 116 ਬੰਦਿਆਂ ਨੂੰ ਅਪੀਲ ਕਰਦਾ। ਇਹਨੂੰ ਨਹੀਂ ਕਰਦਾ ਕਿਉਂਕਿ 117ਵਾਂ ਤੇ ਇਹ ਹੈਗਾ, 116 ਬੰਦਿਆਂ ਨੂੰ ਮੈਂ ਵਿਦ ਸੀਐਮ ਸਾਹਿਬ ਆਲ ਆਫ ਜਿਹੜੇ ਰਿਸਪੈਕਟਡ ਹੈਗੇ ਜਿੰਨੇ ਵੀ ਸਾਡੇ ਮੈਂਬਰ ਔਰ ਮਿਨਿਸਟਰ, ਮੈਂ ਬੇਨਤੀ ਕਰਦਾ ਕਿ ਮਤਲਬ ਇਹ ਇਨਸਾਫ ਕੀਤਾ ਜਾਵੇ। ਇੱਕ ਡੀਐਸਪੀ ਗਜ਼ਟਡ ਅਫਸਰ ਨਾਲ ਜੇ ਇਹ ਹਾਲ ਹੋ ਰਿਹਾ ਅੱਜ ਪੰਜਾਬ ਦੇ ਵਿੱਚ, ਠੀਕ ਹੈ, ਤਾਂ ਫਿਰ ਥੱਲੇ ਆਪਾਂ ਐਵੇਂ ਇਲਜ਼ਾਮ ਲਾਉਨੇ ਕਿ ਐਸਐਚਓ ਨੇ ਗਲਤ ਕੰਮ ਕਰਤਾ, ਉਹਨੇ ਗਲਤ ਕੰਮ ਕਰਤਾ, ਐਸਆਈ ਨੇ ਰਿਸ਼ਵਤ ਲੈ ਲਈ, ਠੀਕ ਹੈ। ਇੰਨੇ ਪ੍ਰੈਸ਼ਰ ਵਿੱਚ ਜੇ ਪੁਲਿਸ ਕੰਮ ਕਰੂਗੀ, ਠੀਕ ਹੈ, ਤਾਂ ਮਤਲਬ ਇਹ ਕੋਈ ਇਸ ਤੋਂ ਮਤਲਬ ਬੈਡ ਸਿਸਟਮ ਨਹੀਂ ਹੋ ਸਕਦਾ। ਤਾਂ ਮੇਰੀ ਰਿਕੁਐਸਟ ਹੈਗੀ ਹੈ ਕਿ ਇਹ ਬੰਦੇ ਨੂੰ ਇਹਦੇ 'ਚ ਇਹ ਨਹੀਂ ਹੈ ਕਿ ਇਹਦੀ ਕੋਈ ਇਨਕੁਆਇਰੀ ਹੋਣੀ ਹੈ। ਹੁਣ ਜੋ ਅੱਗੇ ਹੋਊਗਾ ਉਹ ਮੈਂ ਦੱਸ ਦਿੰਦਾ ਕਿ ਇਹਨਾਂ ਨੇ ਕਹਿਣਾ ਜੀ ਲਓ ਜੀ ਇਨਕੁਆਇਰੀ ਬਿਠਾ ਦਿੰਦੇ ਆ। ਤੁਹਾਨੂੰ ਯਾਦ ਹੋਊਗਾ ਲਾਸਟ ਜਦੋਂ ਇਹਨਾਂ ਦਿਨਾਂ 'ਚ ਗੱਲ ਜਦੋਂ ਉੱਠੀ ਸੀ, ਉਦੋਂ ਵੀ ਮਤਲਬ ਅਨਾਊਂਸਮੈਂਟ ਹੋਈ ਸੀ ਕਿ ਇਹਦੀ ਇਨਕੁਆਇਰੀ ਬਿਠਾਈ ਗਈ। ਉਹ ਇਨਕੁਆਇਰੀ 1438 ਪੇਜ ਦੀ ਮੈਂ ਜਿਹੜੀ ਕੀਤੀ ਹੈ, ਜਿਹਨੂੰ ਕਿ ਸੈਕਟਰੀ ਸਾਹਿਬ ਨੇ ਵੀ ਅਪਰੂਵ ਕੀਤਾ ਐਜ਼ ਇਟ ਇਜ਼, ਕਿਉਂਕਿ ਉਹ ਏਡੀਸੀ ਨੇ ਵੀ ਉਹਨੂੰ ਕੀਤਾ ਹੋਇਆ ਸੀ। ਦੈਨ ਉਹਨੂੰ ਅਪਰੂਵ ਕੀਤਾ ਮਿਨਿਸਟਰ ਖੁਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਠੀਕ ਹੈ। ਉਹਨਾਂ ਦੀ ਰਿਮੂਵਲ ਤੋਂ ਬਾਅਦ ਉਹ ਇਨਕੁਆਇਰੀ ਦਾ ਪਤਾ ਹੀ ਨਹੀਂ ਕਿੱਥੇ ਹੈਗੀ ਉਹ, ਠੀਕ ਹੈ। ਹਾਲਾਂਕਿ ਮੇਰੇ ਕੋਲ ਸਾਰਾ ਰਿਕਾਰਡ ਅਵੇਲੇਬਲ ਹੈ, ਕੋਈ ਦਿੱਕਤ ਨਹੀਂ, ਮੈਂ ਹਾਈ ਕੋਰਟ 'ਚ ਲੈ ਕੇ ਜਾਊਂਗਾ। ਪਰ ਐਡੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਮਤਲਬ ਉਹ ਐਡੀ ਵੱਡੀ ਇਨਕੁਆਇਰੀ ਜਿਹੜੀ 'ਚ ਹਰ ਬੰਦੇ ਮਤਲਬ ਜਿਹੜੇ ਕਲਪਿਟ ਸੀਗੇ ਉਹਨਾਂ ਨੂੰ ਬਿਲਕੁਲ ਇਗਨੋਰ ਕਰਕੇ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ, ਉੱਥੇ ਕੰਸਟਰਕਸ਼ਨ ਹੋ ਰਹੀ ਹੈ, ਠੀਕ ਹੈ। ਤਾਂ ਇੱਕ ਹੋਰ ਜੋ ਆਪਾਂ ਕਹਿ ਸਕਦੇ ਹਾਂ, ਉਹਨੂੰ ਕਹਿ ਸਕਦੇ ਜਿਹੜਾ ਇਸ ਟਾਈਮ ਨਿਆਂ ਦਾ ਬੋਲਬਾਲੇ ਵਾਲੀ ਗੱਲ ਕਹਿ ਸਕਦੇ ਹਾਂ, ਉਹ ਹੈਗੀ ਹੈ। ਤਾਂ ਮਤਲਬ ਇਸ ਤਰ੍ਹਾਂ ਦੇ ਮਤਲਬ ਬੰਦਿਆਂ ਦੇ ਖਿਲਾਫ ਜਿਹੜੇ ਹੈਗੇ ਆ, ਮੈਂ ਫਿਰ ਅੱਗੇ ਰਿਕੁਐਸਟ ਹੀ ਕਰੂੰਗਾ ਕਿ ਮਾਨਯੋਗ ਸੀਐਮ ਸਾਹਿਬ ਨੂੰ, ਹੋਰ ਸਾਰੇ ਆਨਰੇਬਲ ਲੋਕ ਹੈ ਕਿ ਜਿਹੜੇ ਉਹਨਾਂ ਨੂੰ ਇਹੋ ਜਿਹਾ ਬੰਦਾ ਜਿਹੜਾ ਕਿ ਅੱਜ ਹੀ ਇਹਦੇ ਤੇ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈਗੀ। ਇਹ ਕਿਸੇ ਵੀ ਜਿਹੜੇ ਵੀ ਕੋਈ ਲੀਗਲ ਮਾਈਂਡ ਅਫੀਸਰ ਸਾਡੇ ਹੋਣ, ਸੀਨੀਅਰ ਹੋਣ, ਮੇਰੇ ਨਾਲ 15 ਮਿੰਟ ਡਿਸਕਸ ਕਰ ਲੈਣ, ਮੈਂ ਫਾਈਲ ਸਮਝਾ ਦੂੰਗਾ ਵਿੱਚ ਕੀ ਹੈਗਾ। ਕੁਛ ਵੀ ਇਹਦੇ ਤੇ ਚੈੱਕ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਇਹ ਬਿਲਕੁਲ ਵਾਂਟਡ ਮੁਜਰਮ ਹੈ ਅੱਜ ਦੀ ਡੇਟ ਵਿੱਚ, ਇਹਨੂੰ ਸਵੇਰੇ ਫੜ ਕੇ ਅਰੈਸਟ ਕਰਕੇ ਚਲਾਨ ਦਿੱਤਾ ਜਾ ਸਕਦਾ, ਠੀਕ ਹੈ। ਬਾਕੀ ਤੁਸੀਂ ਕੁਐਸਚਨ ਪੁੱਛ ਸਕਦੇ। ਜਿਹੜਾ ਜੁਡੀਸ਼ੀਅਲ ਮੈਜਿਸਟਰੇਟ ਦੇ ਕਨਫੈਸ਼ਨ ਹੁੰਦਾ ਉਹਦੇ ਸਿੱਧੀ ਸਜ਼ਾ ਹੋ ਜਾਂਦੀ ਹੈ। ਸਾਡੇ ਵੱਡੇ ਵੱਡੇ ਕੇਸ ਜਿੱਦਾਂ ਕੰਧਾਰ ਹਾਈਜੈਕਿੰਗ ਦਾ ਜਿਹੜਾ ਕੇਸ ਹੈ, ਸਿਰਫ ਕਨਫੈਸ਼ਨ ਦੇ ਬੇਸਡ ਹੈ। ਟਾਡਾ ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਕਨਫੈਸ਼ਨ ਦੀ ਪਾਵਰ ਦਿੱਤੀ ਸੀ ਐਸਪੀ ਸਾਹਿਬ ਨੇ, ਐਨੀ ਸੁਪਰਡੈਂਟ ਆਫ ਪੁਲਿਸ। ਉਹਦੇ ਸਾਹਮਣੇ ਜਿਹੜਾ ਕੋਈ ਮੁਜਰਮ ਕਨਫੈਸ਼ਨ ਕਰਦਾ ਹੈ ਉਹਦੇ ਉਨੇ ਹੀ ਸੇਫਗਾਰਡ ਹੁੰਦੇ ਆ, ਉਨੇ ਨੂੰ ਵਾਰਨਿੰਗ ਦੇ ਜਾਂਦੀ ਹੈ ਕਿ ਐਵੀਡੈਂਸ ਤੁਹਾਡੇ ਖਿਲਾਫ ਯੂਜ਼ ਹੋਏਗਾ। ਉਸ ਦੇ ਬਾਵਜੂਦ ਕੋਈ ਕਨਫੈਸ਼ਨ ਕਰੇ ਤਾਂ ਉਸ ਕਨਫੈਸ਼ਨ ਦੇ ਬੇਸ 'ਤੇ ਸਜ਼ਾ ਆਮ ਤੌਰ 'ਤੇ ਟਾਡਾ ਵਿੱਚ ਹੋ ਜਾਂਦੀ ਸੀ, ਔਰ ਸਾਡੇ ਵੱਡੇ ਵੱਡੇ ਕੇਸਾਂ ਵਿੱਚ ਸਿਰਫ ਕਨਫੈਸ਼ਨ ਦੇ ਬੇਸ 'ਤੇ ਹੀ ਸਜ਼ਾ ਹੁੰਦੀ ਸੀ। ਸੋ ਇਹ ਉਹੋ ਜਿਹਾ ਐਡਮਿਸਿਬਲ ਐਵੀਡੈਂਸ ਜਿਹੜਾ ਕੋਰਟ ਸਜ਼ਾ ਅੱਜ ਵੀ ਦੇ ਸਕਦਾ, ਕਿਉਂਕਿ ਟਾਡਾ ਦੇ ਵਿੱਚ ਜਿਹੜਾ ਕੇਸ ਪਹਿਲਾਂ ਦਰਜ ਹੋ ਗਿਆ ਉਹ ਟਰਾਇਲ ਹਾਲੇ ਵੀ ਟਾਡਾ ਦੇ ਅੰਦਰ ਹੀ ਚੱਲੇਗਾ। ਸੋ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦਾ ਕਨਫੈਸ਼ਨ ਹੈ, ਇਹ ਕੋਈ ਉਹੋ ਜਿਹਾ ਕਨਫੈਸ਼ਨ ਨਹੀਂ ਹੈ ਜਿੱਦਾਂ ਦੀ ਆਪਾਂ ਕਹਿੰਦੇ ਹਾਂ ਕਿ ਪੁਲਿਸ ਆਫੀਸਰ ਦੇ ਸਾਹਮਣੇ ਕਨਫੈਸ਼ਨ ਜਿਹੜਾ ਕੋਰਟ ਵਿੱਚ ਐਡਮਿਸਿਬਲ ਨਹੀਂ ਹੈ। ਇਹ ਕੋਰਟ ਵਿੱਚ ਐਡਮਿਸਿਬਲ ਐਵੀਡੈਂਸ ਹੈ ਜਿਹਦੇ ਬੇਸ 'ਤੇ ਸਿੱਧਾ ਸਜ਼ਾ ਦੇ ਸਕਦੇ ਹੈ ਜੇ ਚਲਾਨ ਪੇਸ਼ ਹੋ ਜਾਏ। ਵੈਸਾ ਟਾਟਾ ਦਾ ਜਿਹੜਾ ਕੇਸ ਹੁਣ ਤੱਕ ਖਤਮ ਹੋ ਚੁੱਕਾ, ਟਾਟਾ ਅਦਾਲਤ ਵੀ ਖਤਮ ਹੋ ਗਈ, ਫਿਰ ਇਹ ਟਾਟਾ ਦਾ ਕੇਸ ਕਿਵੇਂ ਚੱਲੂਗਾ? ਟਾਟਾ ਦਾ ਤੁਹਾਨੂੰ ਪਤਾ ਹੋਵੇਗਾ, ਟਾਟਾ ਜਦੋਂ ਵੀ ਕੋਈ ਐਕਟ ਅਪੀਲ ਹੁੰਦਾ ਨਾ, ਜਿਹੜੀਆਂ ਚੀਜ਼ਾਂ ਉੱਥੋਂ ਸਟਾਰਟ ਹੋ ਜਾਂਦੀਆਂ ਉਹ ਉਸੇ ਐਕਟ ਥੱਲੇ ਖਤਮ ਹੁੰਦੀਆਂ। ਮੈਂ ਬਿਆਨ ਪਾ ਦਿੰਦਾ, ਇਹ ਹਰ ਅਪੀਲਿੰਗ ਐਕਟ ਦੇ ਵਿੱਚ ਲਿਖਿਆ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਤੁਹਾਡਾ ਇੱਕ ਜਰਨਲਿਸਟ ਨੂੰ 2 ਸਾਲ ਪਹਿਲਾਂ ਅੰਬਾਲਾ ਜੇਲ੍ਹ ਵਿੱਚ ਪੁਰਾਣੇ ਕੇਸ ਵਿੱਚ ਸਜ਼ਾ ਪੂਰਾ ਟ੍ਰਾਇਲ ਚੱਲਿਆ ਸੀ ਟਾਟਾ ਥੱਲੇ, ਔਰ ਉਹ ਡਿਲੇ ਇਸ ਲਈ ਹੋਇਆ ਸੀ ਕਿ ਟਾਟਾ ਥੱਲੇ ਡੈਜ਼ਿਗਨੇਟਿਡ ਕੋਰਟ ਨਹੀਂ ਸੀ। ਫਿਰ ਹਾਈ ਕੋਰਟ ਨੇ ਡੈਜ਼ਿਗਨੇਟ ਕੀਤਾ ਕੋਰਟ ਵਿੱਚ, ਫਿਰ 2004 ਸਾਲ ਪਹਿਲਾਂ ਪੂਰਾ ਟ੍ਰਾਇਲ ਚੱਲਿਆ। ਸੋ ਜਿਹੜੇ ਕੇਸ ਟਾਟਾ ਥੱਲੇ ਰਜਿਸਟਰਡ ਹੈ ਉਹਨਾਂ ਦਾ ਟ੍ਰਾਇਲ ਜੇ ਟਾਟਾ ਦੇ ਥੱਲੇ ਹੋਏਗਾ ਉਹੀ ਪ੍ਰੋਵੀਜ਼ਨ ਲੱਗਣਗੀਆਂ, ਔਰ ਦੁਬਾਰਾ ਜੱਜ ਡੈਜ਼ਿਗਨੇਟ ਹੋਏਗਾ ਅੰਡਰ ਟਾਟਾ। ਜਿਹੜਾ ਜਦੋਂ ਅਪੀਲ ਰਿਪੀਲ ਹੋ ਜਾਂਦਾ ਉਸ ਤੋਂ ਬਾਅਦ ਰਜਿਸਟਰਡ ਕੇਸਿਸ ਨਹੀਂ ਚੱਲਣਗੇ, ਬਟ ਜਿਹੜੇ ਪਹਿਲਾਂ ਦਰਜ ਹੋ ਚੁੱਕੇ ਉਹਨਾਂ ਦਾ ਪ੍ਰੋਸੀਜਰ ਸੇਮ ਰਹਿੰਦਾ। ਇਹ ਸੇਵਿੰਗ ਕਲੌਜ਼ ਹਰ ਉਹਨਾਂ ਨੇ ਰਿਪੀਲਿੰਗ ਐਕਟ ਵਿੱਚ ਪਾਈ ਹੁੰਦੀ, ਇਹਦੇ ਵਿੱਚ ਹੀ ਪਾਈ ਹੁੰਦੀ। ਨਹੀਂ, ਸੇਖੋਂ ਸਾਹਿਬ ਕਹਿ ਰਹੇ ਨੇ ਵੀ ਉਹ ਮੁਜਰਮ ਭਗੌੜਾ ਚੱਲਿਆ, ਕਿਸੇ ਅਦਾਲਤ ਨੇ ਉਹਨਾਂ ਨੂੰ ਮਤਲਬ ਭਗੌੜਾ ਘੋਸ਼ਿਤ ਕੀਤਾ ਹੋਇਆ। ਮੈਂ ਇੱਕ ਮਿੰਟ ਪੜ੍ਹ ਕੇ ਸੁਣਾ ਰਿਹਾ, ਤੁਸੀਂ ਜੇ ਕਹੋ ਤਾਂ ਇੱਕ ਵਾਰੀ ਸਟੇਟਮੈਂਟ ਤੁਹਾਨੂੰ ਸੌਖਾ ਹੋ ਜਾਏਗਾ ਹੋਰ ਕੁਐਸਚਨ ਕਰਨਾ। ਸਟੇਟਮੈਂਟ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਦੀ, ਠੀਕ ਹੈ। ਹਾਂ, ਇਹ ਹੁਣ ਇਹਨਾਂ ਦੀ ਪਹਿਲਾਂ ਜਿਹੜੇ ਐਸਪੀ ਸਾਹਿਬ ਉਹਨਾਂ ਨੇ ਜਿਹੜਾ ਮਤਲਬ ਆਪਣਾ ਪ੍ਰੋਸੀਜਰ ਹੁੰਦਾ ਉਹਨਾਂ ਨੇ ਲਿਖਿਆ ਹੋਇਆ ਐਸਪੀ ਸਾਹਿਬ ਦਾ ਪਹਿਲਾਂ ਇਹ ਹੈ ਵੀ ਅੱਜ ਐਸਪੀ ਕਹਿੰਦੇ ਆ, ਅੱਜ ਮੈਂ ਆਪਣੇ ਦਫ਼ਤਰ ਮੌਜੂਦ ਸੀ ਤਾਂ ਐਸਆਈ ਬਲਦੇਵ ਸਿੰਘ ਚੌਂਕੀ ਇੰਚਾਰਜ ਹੈਬੋਵਾਲ ਲੁਧਿਆਣਾ ਨੇ ਦੋਸ਼ੀ ਭਾਰਤ ਭੂਸ਼ਣ ਉਰਫ ਆਸ਼ੂ ਲੇਟ ਨਰਾਇਣ ਦਾਸ ਕੌਮ ਪੰਡਤ ਵਾਸੀ 15 ਮਾਡਲ ਗ੍ਰਾਮ ਲੁਧਿਆਣਾ, ਜੋ ਕਿ ਮੁਕੱਦਮਾ ਨੰਬਰ 50 ਫਲਾਣੇ ਜਿਹੜੇ ਵੀ ਟਾਡਾ ਐਕਟ ਲੱਗੇ ਹੋਏ ਆ ਵਿੱਚ ਦੋਸ਼ੀ ਹੈ,
ਨੂੰ ਜੇਰ ਹਿਰਾਸਤ ਲਿਆ ਕੇ ਮੇਰੇ ਪੇਸ਼ ਕੀਤਾ, ਜਿਸ ਦੀ ਹੱਥਖੜੀ ਖੁਲਵਾਈ ਗਈ ਤਾਂ ਪੁਲਿਸ ਮੁਲਾਜ਼ਮਾਂ ਨੂੰ ਬਾਹਰ ਭੇਜਿਆ ਗਿਆ। ਤਾਂ ਦੋਸ਼ੀ ਉਕਤ ਨੇ ਮੈਨੂੰ ਦੱਸਿਆ ਕਿ ਉਹ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹੈ, ਜਿਸ ਨੂੰ ਮੈਂ ਸਮਝਾਇਆ ਕਿ ਉਸ ਲਈ ਇਕਬਾਲੀਆ ਬਿਆਨ ਦੇਣਾ ਜ਼ਰੂਰੀ ਨਹੀਂ ਹੈ। ਜੇਕਰ ਇਹੋ ਜਿਹਾ ਬਿਆਨ ਦੇਵੇਗਾ ਤਾਂ ਇਹ ਬਿਆਨ ਉਸ ਦੇ ਖਿਲਾਫ ਬਤੌਰ ਸ਼ਹਾਦਤ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨੂੰ ਸੋਚਣ ਲਈ 5 ਮਿੰਟ ਦਾ ਸਮਾਂ ਦਿੱਤਾ ਗਿਆ। 5 ਮਿੰਟ ਬਾਅਦ ਦੋਸ਼ੀ ਨੂੰ ਸਵਾਲ ਕੀਤਾ ਗਿਆ ਕਿ ਆਪ ਇਕਬਾਲੀਆ ਬਿਆਨ ਕਿਸੇ ਡਰ ਜਾਂ ਮਜਬੂਰੀ ਹੇਠ ਦੇ ਰਹੇ ਹੋ। ਜਵਾਬ ਦਿੱਤਾ, ਮੈਂ ਆਪਣੀ ਖੁਸ਼ੀ ਨਾਲ ਬਿਨਾਂ ਕਿਸੇ ਡਰ ਜਾਂ ਮਜਬੂਰੀ ਤੋਂ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹਾਂ। ਫਿਰ ਪੁੱਛਿਆ ਗਿਆ ਕਿ ਤੁਹਾਨੂੰ ਇਹ ਪਤਾ ਹੈ ਕਿ ਜੇ ਇਕਬਾਲੀਆ ਬਿਆਨ ਦਿੱਤਾ ਤਾਂ ਤੁਸੀਂ ਆਪ ਦੇ ਖਿਲਾਫ ਬਤੌਰ ਸ਼ਹਾਦਤ ਪੇਸ਼ ਕੀਤਾ ਜਾ ਸਕਦਾ ਹੈ। ਜੀ ਹਾਂ, ਮੈਂ ਸਾਰੀ ਗੱਲ ਸਮਝਦਾ ਹਾਂ, ਇਹਦੇ ਸਾਈਨ ਹੋਏ ਹੋਏ ਆ। ਹੁਣ ਅੱਗੇ ਇਹਨਾਂ ਦੇ ਬਿਆਨ ਸ਼ੁਰੂ ਹੁੰਦੇ ਆ। ਬਿਆਨ ਜਾਣੇ ਭਾਰਤ ਭੂਸ਼ਣ ਆਸ਼ੂ ਪੁੱਤਰ ਲੇਟ ਨਰੈਣ ਦਾਸ ਕੌਮ ਪੰਡਤ ਵਾਸੀ 50 ਮਾਡਲ ਕਲਾਮ ਲੁਧਿਆਣਾ। ਮੇਰੇ ਬਾਪ ਸ਼੍ਰੀ ਨਰੈਣ ਦਾਸ ਨੂੰ ਮੇਰੇ ਤਾਏ ਰਾਮ ਪ੍ਰਕਾਸ਼ ਤੇ ਜਗਦੀਸ਼ ਚੰਦ ਨੇ ਸਮੇਤ ਮੇਰੀ ਮਾਤਾ ਦੇ ਕਤਲ ਕਰ ਦਿੱਤਾ ਸੀ। ਜਗਦੀਸ਼ ਚੰਦ ਨੂੰ ਉਮਰ ਕੈਦ ਹੋਈ ਸੀ ਤੇ ਰਾਮ ਪ੍ਰਕਾਸ਼ ਬਰੀ ਹੋ ਗਿਆ ਸੀ। ਚਰਨਜੀਤ ਉਰਫ ਚੰਨਾ, ਜੋ ਕਿ BTF ਪਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਜਿਹੜੇ ਹੈਗੇ ਸੀਗੇ ਮੇਨ ਅੱਤਵਾਦੀ ਸੀਗੇ, ਉਰਫ ਸਵਰਨਜੀਤ ਸਿੰਘ ਵਾਸੀ ਗਿਆਸਪੁਰਾ, ਮੇਰੇ ਬਾਪ ਨਰੈਣ ਦਾਸ ਕੋਲ ਆਉਂਦਾ ਹੁੰਦਾ ਸੀ। ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਮੇਰੀ ਡੇਅਰੀ ਬਣਾਈ ਹੋਈ ਹੈ, ਜੋ ਨਰਿੰਦਰ ਕੁਮਾਰ ਉਰਫ ਕਾਲਾ, ਜੋ ਕਿ ਮੇਰੇ ਤਾਏ ਦਾ ਲੜਕਾ ਹੈ, ਦੀ ਡੇਅਰੀ ਦੇ ਨਾਲ ਲੱਗਦੀ ਹੈ। ਜਿਸ ਪਾਸ ਵੀ ਚਰਨਜੀਤ ਸਿੰਘ ਚੰਨਾ, ਉਸ ਦਾ ਭਾਈ ਜਰਨੈਲ ਸਿੰਘ, ਜੋ ਟੈਲੀਫੋਨ ਮਹਿਕਮੇ ਵਿੱਚ ਲੱਗਾ ਹੋਇਆ ਹੈ, ਵੀ ਆਉਂਦਾ ਸੀ। ਕਈ ਵਾਰੀ ਇਸ ਦੇ ਨਾਲ ਦਰਸ਼ਨ ਸਿੰਘ ਲਸੋਈ, ਜੱਸਾ ਮੁੱਲਾਂਪੁਰੀਆ ਉਰਫ ਮਲਕੀਤ ਸਿੰਘ ਹਿੱਸੋਵਾਲ, ਦਵਿੰਦਰ ਸਿੰਘ ਪੌਤ, ਰਜਿੰਦਰ ਸਿੰਘ ਮਾਇਆ ਨਗਰ ਵੀ ਆਉਂਦੇ ਹੁੰਦੇ ਸੀ। ਜਿਨ੍ਹਾਂ ਪਾਸ ਅਸਲਾ ਹੁੰਦਾ ਸੀ, ਮੇਰੇ ਪਾਸ ਅਸਲਾ ਰੱਖ ਜਾਂਦੇ ਸੀ। ਇਹਨਾਂ ਦੇ ਕਹਿਣ ਤੇ ਮੈਂ ਇਹਨਾਂ ਦਾ ਅਸਲਾ ਇਹਨਾਂ ਦੇ ਟਿਕਾਣਿਆਂ ਤੇ ਛੱਡ ਆਉਂਦਾ ਸੀ, ਕਿਉਂਕਿ ਮੇਰੇ ਤੇ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਸੀ ਹੁੰਦਾ। ਫਰਵਰੀ 1992 ਦੀ ਗੱਲ ਹੈ। ਮੈਂ ਤੇ ਨਰਿੰਦਰ ਕੁਮਾਰ ਉਰਫ ਕਾਲਾ ਤੇ ਉਸ ਦਾ ਬਾਪ ਕ੍ਰਿਸ਼ਨ ਲਾਲ ਇਹਨਾਂ ਦੀ ਡੇਅਰੀ ਤੇ ਬੈਠੇ ਗੱਲਾਂ ਕਰਦੇ ਸੀ, ਤਾਂ ਉੱਥੇ ਰਮੇਸ਼ ਕੁਮਾਰ ਬੌਬੀ, ਜੋ ਇਹਨਾਂ ਦਾ ਗਵਾਂਢੀ ਹੈ, ਤੇ ਨਰਿੰਦਰ ਕੁਮਾਰ ਉਰਫ ਕਾਕਾ, ਜੋ ਕਿ ਮੇਰੇ ਮਾਮੇ ਦਾ ਲੜਕਾ ਹੈ ਅਤੇ ਮੇਰੀ ਡੇਅਰੀ ਤੇ ਨੌਕਰੀ ਕਰਦਾ ਹੈ, ਆ ਗਏ। ਤਾਂ ਮੇਰੇ ਤਾਏ ਕ੍ਰਿਸ਼ਨ ਲਾਲ ਨੇ ਕਿਹਾ ਕਿ ਤੁਸੀਂ ਸਾਰੇ ਢਿੱਲੇ ਹੋ, ਜਿਹੜਾ ਕੰਮ ਆਪਾਂ ਰਾਮ ਪ੍ਰਕਾਸ਼ ਵਾਲਾ ਕਰਨ ਬਾਰੇ ਸਲਾਹ ਬਣਾਈ ਹੈ ਉਹ ਚੰਨੇ ਹੋਰਾਂ ਤੋਂ ਕਰਾਓ। ਰਾਮ ਪ੍ਰਕਾਸ਼ ਵਾਲਾ ਕੰਮ ਸੀ ਕਿ ਉਹਦਾ ਮਰਡਰ ਕਰਵਾਉਣਾ ਸੀ ਇਹਨਾਂ ਨੇ ਐਕਸਟ੍ਰੀਮਿਸਟਾਂ ਤੋਂ ਜੀ, ਉਹ ਚੰਨੇ ਹੋਰਾਂ ਤੋਂ ਕਰਵਾਓ। ਤਾਂ ਇੰਨੇ ਵਿੱਚ ਅਚਾਨਕ ਚਰਨਜੀਤ ਚੰਨਾ ਤੇ ਸਵਰਨਜੀਤ ਦਰਸ਼ਨ ਸਿੰਘ ਲਸੋਈ ਵਾਲਾ ਆ ਗਏ, ਜਿਨ੍ਹਾਂ ਨਾਲ ਨਰਿੰਦਰ ਕੁਮਾਰ ਉਰਫ ਕਾਲਾ ਨੇ ਇਸ ਬਾਰੇ ਗੱਲ ਕੀਤੀ। ਤਾਂ ਅਸੀਂ ਸਾਰਿਆਂ ਨੇ ਰਲ ਕੇ ਮੇਰੇ ਤਾਏ ਰਾਮ ਪ੍ਰਕਾਸ਼ ਨੂੰ ਮਾਰਨ ਦੀ ਸਕੀਮ ਬਣਾ ਲਈ। ਇੱਕ ਪਹਿਲਾ ਕੇਸ ਆ ਗਿਆ ਜੀ ਕੰਸਪੀਰੇਸੀ ਆਫ ਮਰਡਰ ਦਾ, ਠੀਕ ਹੈ, ਜਿਹਦੇ ਵਿੱਚ ਅਸੀਂ ਸਾਜ਼ਿਸ਼ ਕਰਦੇ ਹਾਂ ਕਿਸੇ ਨੂੰ ਕਤਲ ਕਰਨ ਦੀ। ਅਸੀਂ ਸਾਰਿਆਂ ਨੇ ਚੰਨੇ ਤੇ ਦਰਸ਼ਨ ਸਿੰਘ ਨੂੰ ਯਕੀਨ ਦਿਵਾਇਆ ਕਿ ਤੁਸੀਂ ਸਾਡੇ ਕੋਲ ਪੱਕੀ ਠਹਿਰ ਬਣਾ ਲਓ, ਅਸੀਂ ਤੁਹਾਡੀ ਹਰ ਪੱਖੋਂ ਇਮਦਾਦ ਕਰਾਂਗੇ, ਤੁਸੀਂ ਰਾਮ ਪ੍ਰਕਾਸ਼ ਨੂੰ ਮਾਰ ਕੇ ਸਾਡਾ ਬਦਲਾ ਲੈ ਦਿਓ। ਇਸ ਤੋਂ ਬਾਅਦ ਇਹ ਲਗਾਤਾਰ ਸਾਡੇ ਕੋਲ ਆਉਂਦੇ ਰਹੇ ਤੇ ਕਹਿੰਦੇ ਅਸੀਂ ਤੁਹਾਡਾ ਕੰਮ ਜ਼ਰੂਰ ਕਰ ਦਿਆਂਗੇ। ਉਸ ਤੋਂ ਬਾਅਦ ਜੀ ਮਿਤੀ 4/4/92 ਨੂੰ ਮੈਂ ਆਪਣੀ ਡੇਅਰੀ ਤੇ ਮੌਜੂਦ ਸੀ, ਤਾਂ ਸਵਰਨਜੀਤ ਸਿੰਘ ਉਰਫ ਚੰਨਾ, ਜਿਸ ਦਾ ਭਾਈ ਜਰਨੈਲ ਸਿੰਘ, ਤੇ ਇੱਕ ਹੋਰ ਮੁੰਡਾ ਜਿਸ ਨੂੰ ਪ੍ਰਧਾਨ ਕਹਿੰਦੇ ਸੀ, ਆਏ। ਚੰਨੇ ਨੇ ਮੇਰੇ ਨਾਲ ਸਲਾਹ ਕੀਤੀ ਕਿ ਲੁਧਿਆਣਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਕਰਨਾ ਹੈ, ਦੱਸੋ ਕਿਸ ਜਗ੍ਹਾ ਕਰੀਏ। ਤਾਂ ਮੈਂ ਕਿਹਾ ਕਿ ਗੁੜ ਮੰਡੀ ਵਾਲੇ ਪਾਸੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ, ਉੱਥੇ ਕਰ ਲਓ, ਤੇ ਨਾਲੇ ਅੱਜ ਮੇਰੇ ਤਾਏ ਵਾਲਾ ਕੰਮ ਵੀ ਜ਼ਰੂਰ ਕਰੋ। ਜਿਨ੍ਹਾਂ ਨੇ ਕਿਹਾ ਇਹ ਗੁੜ ਮੰਡੀ ਵਾਲੇ ਬਲਾਸਟੀ ਦੀ ਜਿਹੜੀ ਇਹਨਾਂ ਦੀ ਉਹ ਸ਼ਮੂਲੀਅਤ ਉਹ ਹੈ ਜੀ, ਠੀਕ ਹੈ। ਜਿਨ੍ਹਾਂ ਨੇ ਕਿਹਾ ਕਿ ਠੀਕ ਹੈ ਕਰ ਦੇਵਾਂਗੇ, ਤੇ ਮੇਰੇ ਤੋਂ ਨਰਿੰਦਰ ਕੁਮਾਰ ਉਰਫ ਕਾਲੇ ਬਾਰੇ ਪੁੱਛਿਆ, ਤਾਂ ਮੈਂ ਦੱਸਿਆ ਕਿ ਡੇਅਰੀ ਪਰ ਰਹੀ ਹੈ, ਉਹਦੇ ਨਾਲ ਵੀ ਗੱਲ ਕਰ ਲਓ। ਜੋ ਤਿੰਨੇ ਮੇਰੇ ਸਾਹਮਣੇ ਕਾਲੇ ਦੀ ਡੇਅਰੀ ਵਿੱਚ ਚਲੇ ਗਏ, ਜਿੱਥੇ ਉਹਨਾਂ ਨੇ 2 ਬੰਬ ਤਿਆਰ ਕੀਤੇ ਅਤੇ ਗੁੜ ਮੰਡੀ ਵੱਲ ਚਲੇ ਗਏ। ਸ਼ਾਮ ਨੂੰ ਇਹ ਤਿੰਨੇ ਵਾਪਸ ਕਾਲੇ ਦੀ ਡੇਅਰੀ ਤੇ ਆ ਗਏ। ਜਿਨ੍ਹਾਂ ਨੂੰ ਮੈਂ ਮਿਲਿਆ ਤਾਂ ਚੰਨੇ ਨੇ ਦੱਸਿਆ ਕਿ ਗੁੜ ਮੰਡੀ ਵਿੱਚ ਬੰਬ ਧਮਾਕਾ ਕਰ ਆਏ ਹਾਂ, ਤੇਰੇ ਤਾਏ ਵਾਲਾ ਕੰਮ ਵੀ 2-4 ਦਿਨਾਂ ਵਿੱਚ ਕਰ ਦਿਆਂਗੇ, ਅਤੇ ਰਾਤ ਡੇਅਰੀ ਵਿੱਚ ਹੀ ਰਹੇ। ਫਿਰ ਅਗਲਾ ਇੰਸੀਡੈਂਟ ਹੈ, ਇੱਕ ਦਿਨ ਸਵੇਰ ਮੈਂ ਆਪਣੀ ਡੇਅਰੀ ਵਿੱਚ ਹਾਜ਼ਰ ਸੀ ਤਾਂ ਦਰਸ਼ਨ ਸਿੰਘ ਲਸੋਈ ਤੇ ਚੰਨਾ ਜੱਸਾ ਮੁੱਲਿਆਪੁਰੀਆ ਕਾਲੇ ਦੀ ਡੇਅਰੀ ਤੋਂ ਮੇਰੇ ਪਾਸ ਆਏ ਤੇ ਗੱਲਾਂ ਵਿੱਚ ਮੈਨੂੰ ਦੱਸਿਆ ਕਿ ਪਿੰਡ ਅਜਨੌਦ ਵਿੱਚ 3 ਮੁਖਬਰ ਔਰਤਾਂ ਨੂੰ ਸੋਧ ਦਿੱਤਾ ਹੈ, 3 ਔਰਤਾਂ ਨੂੰ ਕਤਲ ਕਰ ਦਿੱਤਾ ਹੈ, ਇਹਨੂੰ ਦੱਸਿਆ ਗਿਆ। ਤਾਂ ਅਤੇ ਕਿਚਲੂ ਨਗਰ ਲੁਧਿਆਣਾ ਵਿੱਚ ਵੀ ਫਾਇਰਿੰਗ ਕੀਤੀ ਸੀ, ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਸੀ ਤੇ ਅਸਾਲਟ ਚੱਲੀ ਨਹੀਂ, ਅੱਗੋਂ ਮੁਲਾਜ਼ਮ ਪੈ ਗਏ ਤੇ ਭੱਜੇ ਆਏ ਹਾਂ। ਤਾਂ ਮੈਂ ਅੱਗੋਂ ਕਿਹਾ ਕਿ ਹੋਰ ਕੰਮ ਕਰੀ ਜਾਂਦੇ ਹੋ, ਮੇਰੇ ਤਾਏ ਵਾਲਾ ਕੰਮ ਵੀ ਕਰ ਦਿਓ। ਤਾਂ ਚੰਨੀ ਕਹਿਣ ਲੱਗਾ ਕਿ ਮੈਨੂੰ ਤੇਰੇ ਨਾਲੋਂ ਜ਼ਿਆਦਾ ਫਿਕਰ ਹੈ, ਇਹ ਜ਼ਿੰਮੇਵਾਰੀ ਮੈਂ ਲਈ ਹੈ, ਜ਼ਰੂਰ ਕਰਾਂਗਾ। ਇਹ ਹੈ ਜੀ ਕਨਫੈਸ਼ਨਲ ਸਟੇਟਮੈਂਟ ਇਹਨਾਂ ਦੀ ਭਾਰਤ ਭੂਸ਼ਣ ਆਸ਼ੂ ਹੋਰਾਂ ਦੀ। ਹੁਣ ਇਹਦੇ 'ਚ ਤੁਸੀਂ ਦੇਖ ਲਓ। हाँ जी, वो चैलेंज नहीं किया है, रिक्वेस्ट की है मैंने, चैलेंज थोड़ा कर सकता हूँ, मतलब रिक्वेस्ट की है हाई कोर्ट को अपना वो करने के लिए। एक पूछ लीजिए करके। हाँ हाँ जी, हाँ जी। अदालत में सिर्फ 212 216 का एक चलान पेश किया गया, सिर्फ मैं तुहानूं कहा सी 95% नहीं छड्डिया, 5% कम किया गया। उदों के पुलिस अफसरां नूं इन्हां सारियां देखो इक्को लुधियाणे शहर के यह इंसीडेंट है सारे, उदों इक्को जिला सीगा, खन्ना के बाद बने सी, पायल थाना भी इहदे विच पैंदा सीगा। ਉਹਨੂੰ ਇੰਟੀਮੇਸ਼ਨ ਭੇਜਣੀ ਬਣਦੀ ਸੀ ਜਦੋਂ ਇਹ ਕਿਹਾ ਗਿਆ ਸੀ ਕਿ 3 ਕਤਲ ਜਿਹੜੇ ਹੈਗੇ ਇਹਨਾਂ ਬੰਦਿਆਂ ਨੇ ਕੀਤੇ ਜਿਹੜੇ ਸਾਡੇ ਕੋਲ। ਕਿਹੜੇ ਮੁਕੱਦਮੇ 'ਚ ਇਹਨਾਂ ਦੇ ਖਿਲਾਫ ਚਲਾਨ ਪੇਸ਼ੀਆਂ? ਉਹ ਸਿਰਫ 50 ਨੰਬਰ ਮੁਕੱਦਮਾ ਜਿਹੜਾ ਟਾਟਾ ਐਕਟ ਦੇ ਵਿੱਚ ਜਿਹੜਾ ਹੋਇਆ ਪਨਾਹ ਦਾ ਹੁੰਦਾ 212 216, ਕਿਸੇ ਨੂੰ ਪਨਾਹ ਦੇਣਾ ਟੈਰਰਿਸਟ ਨੂੰ, ਓਨਲੀ ਉਹ ਹੋਇਆ ਸਿਰਫ, ਠੀਕ ਹੈ। ਮੈਂ ਵਾਰ-ਵਾਰ ਕਹਿੰਦਾ ਕਿ 5% ਹੋਇਆ, 95% ਬਾਕੀ ਹੈਗਾ। 3 ਮਰਡਰ ਇਹਨਾਂ ਨੇ ਇਕਬਾਲ ਕੀਤੇ, ਨਹੀਂ ਇੰਟੀਮੇਸ਼ਨ ਗਈ ਹੋਈ। ਔਰ ਸਭ ਤੋਂ ਵੱਡੀ ਇੱਕ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਜਿਹੜਾ ਬੰਬ ਬਲਾਸਟ ਵਾਲਾ ਕੇਸ ਹੈ ਨਾ,
ਉਹ ਚਲਾਨ ਹੋਇਆ ਉਦੋਂ ਬਾਅਦ ਉਹਨਾਂ ਹੀ ਬੰਦਿਆਂ ਦੇ ਖਿਲਾਫ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੋਇਆ, ਠੀਕ ਹੈ। ਉਸ ਚਲਾਨ ਦੇ ਵਿੱਚ ਸਟੇਟਮੈਂਟ ਲੱਗੀ ਹੋਈ ਹੈ ਉਸ ਕੇਸ ਦੇ ਵਿੱਚ। ਇਸ ਦੇ ਬਾਵਜੂਦ ਵੀ ਪ੍ਰੋਸੀਕਿਊਸ਼ਨ ਨੇ ਇਹਨਾਂ ਨੂੰ ਚਲਾਨ ਹੀ ਨਹੀਂ ਕੀਤਾ। ਇਸ ਤੋਂ ਵੱਡਾ ਕੋਈ ਮੇਜਰ ਚੀਜ਼ ਨਹੀਂ ਹੋ ਸਕਦੀ ਜਿਹੜੀ ਮੈਂ ਹੁਣ ਤੱਕ ਤੁਹਾਨੂੰ ਦੱਸੀ ਹੈ ਵੀ ਇੱਕ ਚਲਾਨ ਪੇਸ਼ ਹੋ ਗਿਆ, ਉਹਦੇ ਵਿੱਚ ਸਟੇਟਮੈਂਟ ਲੱਗੀ ਹੋਈ ਹੈ, ਇਹ ਵਾਲੀ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ, ਠੀਕ ਹੈ, ਇਹਦੇ ਬ੍ਰਦਰ ਤਾਏ ਦੇ ਮੁੰਡੇ ਦੀ, ਠੀਕ ਹੈ, ਸੇਮ ਹੈ ਆਲਮੋਸਟ, ਠੀਕ ਹੈ। ਤਾਂ ਉਹ ਮਤਲਬ ਉਹਦੇ ਵਿੱਚ ਤਾਂ ਕੋਈ ਦੁਨੀਆ ਦੀ ਤਾਕਤ ਹੀ ਨਹੀਂ ਸੋਚ ਸਕਦੀ ਸੀ ਕਿ ਮਤਲਬ ਇਹ ਚਲਾਨ ਵਿੱਚ ਇਹਨਾਂ ਨਾ ਕੀਤਾ ਜਾਂਦਾ। ਬਤਾਓ ਕੁਛ ਜੀ ਆਸ਼ੂ ਨੂੰ ਕਿ ਸ਼ਹਿ ਬਾਰੇ ਤਾਂ ਮੈਂ ਨਹੀਂ ਦੱਸ ਸਕਦਾ ਹੁਣ। ਅੱਤਵਾਦ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ 92 ਦੀ, ਠੀਕ ਹੈ। 92 ਵਿੱਚ ਇਹ ਇੰਨੇ ਸਟਰੋਂਗ ਸੀ ਕਿ ਉਹਨਾਂ ਕੇਸਾਂ ਦੇ ਵਿੱਚੋਂ ਬਚੇ। ਨਹੀਂ ਸੇਖੋਂ ਸਾਹਿਬ, ਇਹ ਦੇਖੋ ਇਹਦੇ ਕੋਲ ਡੈਰੀ ਜਿਵੇਂ ਇਹ ਕਵਾਲੀਆ ਬਿਆਨ ਦੇ ਰਿਹਾ ਜਾਂ ਤੁਸੀਂ ਕਹਿ ਰਿਹਾ, ਨਹੀਂ ਜੀ ਤੁਹਾਡੇ ਸਾਹਮਣੇ ਮੈਂ ਕੁਝ ਨਹੀਂ ਕਿਹਾ, ਤੁਸੀਂ ਬਿਆਨ ਪੜ੍ਹ ਕੇ ਸੁਣਾ ਰਿਹਾ ਤੇ ਇਹ ਦਿਖਾ ਰਿਹਾ, ਇਹਦੇ ਮੁਤਾਬਕ ਉਹਨਾਂ ਕੋਲ ਪਨਾਹ ਲੈਂਦੇ ਸੀਗੇ। ਇਹ ਉਹਨਾਂ ਦੇ ਨਾਲ ਜਾ ਕੇ ਮਤਲਬ ਉਹਨੇ ਐਕਟੀਵਿਟੀ ਤਾਂ ਨਹੀਂ ਕੀਤੀ, ਜਿਹਨੇ ਆਪਣੇ ਤਾਏ ਦੇ ਲਈ ਕੀਤੀ ਹੈ ਤਾਂ 120 ਮਤਲਬ ਇਹਦੇ ਕੋਲ ਲੱਗ ਸਕਦੀ ਹੈ ਜੀ। ਸਾਰਿਆਂ 'ਚ ਲੱਗੂਗੀ ਜੀ, ਜਿਹੜੀ ਐਕਟੀਵਿਟੀ ਨਾ ਹੋਣਾ ਪਰ ਸਾਜ਼ਿਸ਼ ਤਾਂ ਸ਼ਾਮਲ ਹੈ ਨਾ, ਸਾਰਿਆਂ 'ਚ ਚਲਾਨ ਹੋਣਾ। ਇਹ ਜਿਹੜੀ ਕਨਫੈਸ਼ਨ ਹੋਈ ਹੈ ਟਾਡਾ ਦੇ ਅੰਦਰ, ਇਹਦਾ ਕੋਰਟ ਦੇ ਵਿੱਚ ਐਡਮਿਸਿਬਲ ਹੀ ਨਹੀਂ ਹੁੰਦੀ ਕਿਉਂਕਿ ਇਹ ਇੱਕ ਪੋਲੀਟੀਕਲ ਬੰਦਾ ਵੀ ਇਹਦੇ 'ਚ ਇਨਵੋਲਵ ਸੀਗਾ। ਤੁਸੀਂ ਸੈਕਸ਼ਨ 15 ਪੜ੍ਹ ਲਓ, ਇਹੀ ਡਿਫਰੈਂਸ ਸੀ ਜਿਹੜਾ ਅਸੀਂ ਇੰਨਾ ਐਜੀਟੇਟ ਕੀਤਾ ਹੈ ਕਿ ਕਨਫੈਸ਼ਨ ਫॉर ਅ ਸੁਪਰਡੈਂਟ ਆਫ ਪੁਲਿਸ ਔਰ ਅਬਵ is admissible in evidence equivalent to the magistrate confession, and on this basis a person can be convicted. ਸੁਪਰੀਮ ਕੋਰਟ ਨੇ ਅਪਹੈਂਡ ਕੀਤਾ ਹੈ, ਸੁਪਰੀਮ ਕੋਰਟ ਨੇ ਟਾਡਾ ਦੀ ਵਾਇਰਸ ਅਪਹੈਂਡ ਕੀਤੀ ਹੈ। ਟਾਡਾ ਦਾ ਅਪੀਲ ਹੋਇਆ ਸੀ ਬਾਈ ਪਾਰਲੀਮੈਂਟ, ਇਹਦੀ ਵਾਇਰਸ ਅਪਹੈਂਡ ਕੀਤੀ ਹੈ। ਸਾਡੇ ਹਾਈ ਕੋਰਟ ਨੇ ਇਹਨੂੰ ਕਿਹਾ ਸੀ ਕਿ ਇਹ ਗਲਤ ਹੈ। ਸਾਡੇ ਹਾਈ ਕੋਰਟ ਨੇ ਬਿਮਲ ਕੌਰ ਫੈਸਲਾ ਦੇ ਫੁੱਲ ਬੈਂਚ ਨੇ ਕਿਹਾ ਸੀ ਇਹ ਗਲਤ ਹੈ, ਪ੍ਰੋਵੀਜ਼ਨ ਵੀ ਗਲਤ ਹੈ, ਮਗਰ ਸੁਪਰੀਮ ਕੋਰਟ ਨੇ ਉਸ ਫੈਸਲਾ ਬਦਲ ਦਿੱਤਾ ਸੀ। ਇਸੇ ਕਰਕੇ ਲੀਗਲ ਪ੍ਰੋਵੀਜ਼ਨ ਹੈ ਔਰ ਬਹੁਤ ਜ਼ਿਆਦਾ ਲੋਕਾਂ ਨੂੰ ਸਜ਼ਾਵਾਂ ਹੋਈਆਂ ਇਦਾਂ ਦੇ ਕਨਫੈਸ਼ਨਾਂ ਦੇ। ਹਰ ਕੇਸ ਜੋ ਤੇ ਕਨਫੈਸ਼ਨ ਹੁੰਦਾ ਸੀ। ਟਾਡਾ ਬਦਨਾਮ ਵੀ ਇਸ ਲਈ ਹੋਇਆ ਸੀ ਕਿ ਬੜਾ ਆਸਾਨ ਹੁੰਦਾ ਹੈ, ਮਗਰ ਇਹ ਉਹਦਾ ਐਡਮਿਸਿਬਲ ਹੈ। ਇਹ ਫਿਰ ਸਾਨੂੰ ਇਹ ਕੇਸਾਂ ਨੂੰ ਘਲਾਉਣ ਵਾਸਤੇ ਮਤਲਬ ਕੀ ਕੀਤਾ ਜਾਊਗਾ ਜਿਹੜੇ ਸਾਨੂੰ ਦੋ ਤਿੰਨ ਤਰੀਕੇ ਹੈ ਜੀ। ਜਾਂ ਅਸੀਂ ਥੱਲੇ ਕੋਰਟ ਵਿੱਚ ਐਪਲੀਕੇਸ਼ਨ ਦੇਈਏ, ਕ੍ਰਿਮੀਨਲ ਕੰਪਲੇਂਟ ਫਾਈਲ ਕਰੀਏ, ਜਾਂ ਆਪਾਂ ਹਾਈ ਕੋਰਟ ਕੋਲ ਆਈਏ, ਜਾਂ ਅਸੀਂ ਸਰਕਾਰ ਨੂੰ ਅਪੀਲ ਕਰੀਏ ਕਿ ਤੁਸੀਂ ਪ੍ਰੈਜੈਂਟੇਸ਼ਨ ਕਰਾਓ ਚਲਾਨ ਦੀ ਕਿ ਤੁਸੀਂ ਇੱਕ ਘਾਟ ਹੈ, ਤੁਸੀਂ ਨਹੀਂ ਕੀਤਾ, ਇਹ ਪੂਰਾ ਐਵੀਡੈਂਸ ਐਗਜ਼ਿਸਟ ਕਰਦਾ ਹੈਗਾ ਤੇ ਉਸ ਵੇਲੇ ਤੇ ਕੋਈ ਮੁਜਰਮ ਰਹਿਣ ਤਾਂ ਉਹਦੇ ਖਿਲਾਫ ਦੁਬਾਰਾ ਮੁਕੱਦਮਾ ਚਲਾਨ ਪੇਸ਼ ਹੋਣਾ। ਮੁਕੱਦਮਾ ਦਰਜ ਆਲਰੇਡੀ ਹੈਗਾ, ਸਭ ਕੁਝ ਹੈਗਾ, ਤੁਸੀਂ ਚਲਾਨ ਹੀ ਪੇਸ਼ ਕਰਨਾ। ਸੀਬੀ ਨੂੰ ਦੇ ਦੀ ਐਪਲੀਕੇਸ਼ਨ, ਸੀਬੀ ਨੂੰ ਦੇ ਦੀ ਐਪਲੀਕੇਸ਼ਨ। ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਆਲਰੇਡੀ ਡਿਟੇਲ ਐਪਲੀਕੇਸ਼ਨ ਦੇ ਚੁੱਕੇ ਹਾਂ। ਕਿੱਥੇ ਜੀ? ਕਮਿਸ਼ਨਰ ਆਫ ਪੁਲਿਸ ਨੂੰ ਲੁਧਿਆਣਾ। ਸੋ ਜੇ ਤਾਂ ਉਹ ਐਕਸ਼ਨ ਲੈਣਗੇ ਬੜੀ ਚੰਗੀ ਗੱਲ ਹੈ, नहीं तो ਅਸੀਂ मैजिस्ट्रेट को भी जा सकते हैं क्या, बट हाई कोर्ट को भी आ सकते। ये जो चालान पेश हुआ उसमें ये कन्फेशनल स्टेटमेंट चला गया, लगी हुई है वहीं से लगा हुआ है उसके। हाँ, इसीलिए तो सबसे ज्यादा कोर्ट को तो एक्शन, उसमें कोर्ट किस एक्शन बोर्ड में है? नॉर्मली कोर्ट नहीं करती, सब पब्लिक प्रोसिक्यूटर या डिस्ट्रिक्ट अटॉर्नी का काम था, जहाँ फिर इन्वेस्टिगेशन ऑफिसर का काम था, तो किसी लेवल पे तो मैनेज हुआ ही है ना। और ये चीज़ें ऐसे होनी नहीं है कि कभी होती नहीं। हमारे केस में, हमारे मुल्क में बहुत बार इन्फ्लुएंशियल पर्सन बच जाते हैं क्रिमिनल प्रोसिक्यूशन से जब तक हाईलाइट ना किया जाए। तो इसी तरह चाहे लेट हो, क्रिमिनल लॉ में इस तरह के क्राइम में कोई डिले नहीं होता, चाहे 10 साल हो, चाहे 20 साल हो, चाहे 30 साल, मर्डर केस में कोई डिले नहीं। जब भी कोई आप रेलिवेंट फैक्ट्स कोर्ट के आगे लाएं तो कोर्ट सीधा कॉग्निजेंस ले सकती है और मुकदमा स्टार्ट कर सकती है। ਜਦੋਂ ਇਹਨਾਂ ਨੇ ਪਹਿਲਾ ਮਾਮਲਾ ਚੱਕਿਆ ਸੀਗਾ ਉਦੋਂ ਵੀ ਇਹਨਾਂ ਨਾਲ ਗੱਲ ਕੀਤੀ, ਉਹ ਵਾਰ-ਵਾਰ ਇਹੀ ਗੱਲ ਕਹਿੰਦੇ ਕਿ ਇਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਲੋਕ ਨੇ ਜਿਹੜੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਜਦੋਂ ਵੀ ਸੈਸ਼ਨ ਆਉਂਦਾ ਉਦੋਂ ਹੀ ਸੇਖੋਂ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ, ਬਾਕੀ ਸਮਾਂ ਚੁੱਪ ਰਹਿੰਦੇ ਨੇ। ਨੰਬਰ 1 ਦੂਜੀ ਗੱਲ ਉਹ ਕਹਿੰਦੇ ਨੇ ਵੀ ਇਹਨਾਂ ਦੇ ਪਰ ਉਹਨਾਂ ਨੇ ਕੋਈ ਕਰਪਸ਼ਨ ਦਾ ਕੋਈ ਇਹਨਾਂ ਪਰ ਮਾਮਲਾ ਦਰਜ ਹੋਇਆ ਸੀਗਾ, ਕੋਈ ਪੁਰਾਣਾ ਚੱਲਦਾ ਸੀਗਾ, ਵੀ ਜਿਹੜੇ ਉਹ ਬੰਦੇ ਸੀਗੇ ਉਹ ਉਹਨਾਂ ਨਾਲ ਕੋਈ ਤਲੁਕਾਤ ਸੀਗੇ, ਇਸ ਕਰਕੇ ਉਹ ਬਦਲਾ ਨੂੰ ਭਾਵਨਾ ਦੇ ਤਹਿਤ ਮੇਰੇ ਖਿਲਾਫ ਜਿਹੜੀ ਕਿ ਸਾਜ਼ਿਸ਼ਾਂ ਰਚ ਰਹੇ ਨੇ। ਇਹਦੇ ਵਿੱਚ ਸਾਜ਼ਿਸ਼ ਹੁੰਦੀ ਤਾਂ ਮੈਂ ਨਾਲ ਕਦੇ ਨਾ ਬਹਿੰਦਾ, ਜੇ ਇੱਥੇ ਜੁਡੀਸ਼ੀਅਲ ਰਿਕਾਰਡ ਨਾ ਹੁੰਦਾ ਤਾਂ ਮੈਂ ਨਾਲ ਨਾ ਹੁੰਦਾ। ਔਰ ਤੁਸੀਂ ਜਾਣਦੇ ਹੋ ਮੇਰੇ ਕੋਈ ਪੋਲੀਟੀਕਲ ਪਾਰਟੀ ਨਾਲ ਕੋਈ ਐਫੀਲੀਏਸ਼ਨ ਨਹੀਂ। ਅਸੀਂ ਮੇਰੇ ਨਾਲ ਬੈਠਣਾ ਇਹੀ ਤਸੱਲੀ ਦਾ ਹੋਏਗਾ ਕਿ ਇਹਨਾਂ ਦੇ ਪਿੱਛੇ ਕਿਹੜੀ ਤਾਕਤ ਹੈ। ਤਾਂ ਇਹ ਅਲਟੀਮੇਟਲੀ ਇਹਨਾਂ ਨੇ ਅਪਰੋਚ ਕੀਤਾ, ਜਿਸ ਤਰ੍ਹਾਂ ਅਸੀਂ DIG ਕੁਲਤਾਰ ਸਿੰਘ ਨੂੰ 16 ਸਾਲ ਦੀ ਮਿਹਨਤ ਤੋਂ ਬਾਅਦ ਸਜ਼ਾ ਦਵਾਈ ਹੈ, ਸਾਰੀ ਸਟੈਬਲਿਸ਼ਮੈਂਟ ਉਹਦੇ ਨਾਲ ਰਲ ਗਈ ਸੀ। ਉਸ ਦੇ ਬਾਵਜੂਦ ਕੋਈ 50 ਪਟੀਸ਼ਨਾਂ ਹਾਈ ਕੋਰਟ ਵਿੱਚ ਹੋਈਆਂ, 16 ਸਾਲ ਦੀ ਮਿਹਨਤ ਨਾਲ ਆਪ ਕੰਪਲੇਂਟ ਕਰਕੇ ਕਿ ਉਸ ਪਰਿਵਾਰ ਦਾ ਕੋਈ ਬੱਚਾ ਨਹੀਂ ਸੀ, ਉਹਦੇ 'ਚ ਪੈਰ ਵੀ ਹੋ ਨਹੀਂ ਸਕਦਾ ਸੀ, ਆਪਣਾ ਬੇਬੀ ਬਣਾਉਣਾ ਪਿਆ। ਸੋ ਇਸ ਕਰਕੇ ਇਹਨਾਂ ਦੇ ਜਦੋਂ ਰਿਕਾਰਡ ਦੇਖਿਆ ਕਿ ਜੁਡੀਸ਼ੀਅਲ ਰਿਕਾਰਡ ਹੈ ਤੇ ਇਹੋ ਜਿਹਾ ਬੰਦਾ ਉਸ ਲੈਵਲ 'ਤੇ ਪਹੁੰਚ ਗਿਆ, ਉਸ ਦੇ ਬਾਵਜੂਦ ਅਸੀਂ ਮੈਂ ਦਾ ਵਕੀਲ ਬਣੇ ਔਰ ਤਾਂ ਹੀ ਇਹਨਾਂ ਦਾ ਕੇਸ ਕੀਤਾ, ਕਿਉਂਕਿ ਅਲਟੀਮੇਟਲੀ
ਇੱਕ ਮਿਨਿਸਟਰ ਨਾਲ ਕੈਬਨਿਟ ਮਿਨਿਸਟਰ ਨਾਲ ਕਿਸੇ ਮੁਲਾਜ਼ਮ ਨੂੰ ਸਟਰਗਲ ਕਰਨਾ ਜਾਂ ਇਹ ਚੀਜ਼ਾਂ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਹੀ ਮੁਸ਼ਕਲ ਹੈ। ਜਿਹੜੇ ਆਊਟ ਆਫ ਦਾ ਗਵਰਨਮੈਂਟ ਸਟੈਬਲਿਸ਼ਮੈਂਟ ਉਹ ਤਾਂ ਕਰ ਸਕਦੇ ਨੇ ਫਿਰ ਵੀ, ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਤਾਂ ਬੜਾ ਮੁਸ਼ਕਲ ਹੈ ਚੁੱਪ ਕਰਾਉਣਾ, ਮਾਰਿਆ ਜਾ ਸਕਦਾ, ਚੁੱਪ ਕਰਾਉਣਾ ਮੁਸ਼ਕਲ ਹੈ। ਮਗਰ ਫॉर अ ਪਬਲਿਕ ਸਰਵੈਂਟ ਜਿਹੜਾ ਆਪ ਪਬਲਿਕ ਸਰਵੈਂਟ ਹੋਣ, ਪਬਲਿਕ ਸਿਵਲ ਸਰਵਿਸ ਡਿਸਪਲਿਨ ਦੇ ਵਿੱਚ ਹੋਏ, ਉਹਨਾਂ ਲਈ ਬਹੁਤ ਹੀ ਮੁਸ਼ਕਲ ਹੁੰਦਾ ਹੈ। ਔਰ ਅਸੀਂ ਆਪ ਦੇਖਿਆ ਕਿ ਬਹੁਤ ਘੱਟ ਪਬਲਿਕ ਸਰਵੈਂਟ ਇੰਨੀ ਹਿੰਮਤ ਕਰਦੇ ਆ ਔਰ ਇੰਨੀ ਕੋਸ਼ਿਸ਼ ਕਰਦੇ ਆ ਔਰ ਇੰਨਾ ਪਰ ਜਿੱਥੇ ਡਾਕੂਮੈਂਟਰੀ ਐਵੀਡੈਂਸ ਉੱਥੇ ਡਿਊਟੀ ਬਣ ਜਾਂਦੀ ਹੈ। ਦੇਖੋ ਕ੍ਰਾਈਮ ਨੂੰ ਕੋਰਟ ਵਿੱਚ ਲਾਉਣਾ ਪਬਲਿਕ ਡਿਊਟੀ ਹੈ, ਪਬਲਿਕ ਸਰਵੈਂਟ ਦੀ ਵੀ, ਪੁਲਿਸ ਅਫਸਰ ਦੀ ਵੀ, ਤਾਂ ਸਾਡੀ ਵੀ ਐਜ਼ ਅ ਸਿਟੀਜ਼ਨ। ਚਾਹੇ ਅਸੀਂ ਲੇਟ ਆਏ ਹਾਂ, ਚਾਹੇ ਅਸੀਂ ਇੰਨੇ ਸਾਲਾਂ ਬਾਅਦ ਦੱਸ ਰਹੇ ਹਾਂ, ਪਰ ਡਿਊਟੀ ਉੱਡੀ ਹੋ ਰਹਿੰਦੀ ਹੈ। ਜਿੱਦਾਂ ਉਸ ਵੇਲੇ ਆਸ਼ੂ ਸਾਹਿਬ ਦੀ ਡਿਊਟੀ ਸੀ, ਜਦੋਂ ਉਹਨਾਂ ਨੂੰ ਸਾਹਮਣੇ ਕਹਿ ਰਹੇ ਕਿ ਅਸੀਂ ਚੱਲੇ ਹਾਂ ਕਤਲ, ਉਹਨਾਂ ਨੂੰ ਇਮੀਡੀਏਟਲੀ ਇਨਫੋਰਮ ਕਰਕੇ ਪੁਲਿਸ ਨੂੰ ਦੱਸਣਾ ਚਾਹੀਦਾ ਸੀ। ਦੇਖੋ ਕਿੰਨੀ ਵੱਡੀ ਫੇਲੀਅਰ ਹੈ। ਇਸ ਤੋਂ ਪਤਾ ਲੱਗਾ ਗਿਲਟੀ ਮਾਈਂਡ ਹੈ। ਉਸ ਤੋਂ ਬਾਅਦ ਫਿਰ ਕਨਫੈਸ਼ਨ ਹੈ ਆਪਣੀ, ਉਸ ਤੋਂ ਬਾਅਦ ਫਿਰ ਇਨਫਲੂਐਂਸ ਪੈਡਲਿੰਗ ਹੈ ਕਿ ਤੁਸੀਂ ਆਪਣੇ ਆਪ ਨੂੰ ਤਾਂ ਸਭ ਤੋਂ ਘੱਟ ਸਜ਼ਾ ਹੁੰਦੀ ਹੈ ਸਿਰਫ ਹਰਬਲ ਲਈ 216 212 ਜਿਹੜੇ ਸੈਕਸ਼ਨ ਤੋਂ ਸਭ ਤੋਂ ਘੱਟ ਹੁੰਦੀ ਹੈ। ਅਕਸਰ ਪੁਲਿਸ ਕੋਰਟ ਉਹਨੂੰ ਸੀਰੀਅਸ ਲੈਂਦੀ ਕਿਉਂਕਿ ਬੜੀ ਵਾਰੀ ਝੂਠੇ ਵੀ ਹੁੰਦੇ ਆ। ਇਸ ਕਰਕੇ ਸਭ ਤੋਂ ਘੱਟ ਉਹਦੇ ਵਿੱਚ ਉਹਨਾਂ ਦਾ ਚਲਾਨ ਪੇਸ਼ ਕੀਤਾ, ਉੱਥੇ ਵੀ ਰਿਕਾਰਡ ਨਹੀਂ ਪੇਸ਼ ਕੀਤਾ। ਤੇ ਇਦਾਂ ਉਹ ਕਹੀ ਜਾਂਦੇ ਕਿ ਮੈਂ ਜੀ ਕੁਇਟਲ ਹੋ ਗਿਆ, ਕੁਇਟਲ ਹੋ ਗਿਆ। ਕੁਇਟਲ ਨਹੀਂ ਹੋਇਆ, ਕੁਇਟਲ ਸਿਰਫ ਹਾਰਬਿੰਗ ਦੇ ਚਲਾਨ ਵਿੱਚ ਹੋਇਆ, ਬਾਕੀ 3 ਚਲਾਨ ਜਿਹੜੇ ਰੈਲੇਵੈਂਟ ਕੋਰਟਾਂ ਵਿੱਚ ਗਏ ਨਹੀਂ। तो इस करके कहना कि वो क्विटल हो गए बिल्कुल गलत है और सीरियस एलिगेशन है, कुछ छोटे एलिगेशन नहीं। और जेड़ा जे स्टेट जो बड़ा बड़ा मुद्दा है इस करके इहो जिहा बंदा थोड़ा मिनिस्टर बन जाए, इहो जिहा थोड़ा एडमिनिस्ट्रेशन बन जाए, MLA बने, लॉ बनन, तो वैसे ही सब पब्लिक आउटरीच ਇਹਦੇ ਵਿੱਚ ਐਜ ਪਰ ਰਿਕਾਰਡ ਜੋ ਜਿਹੜਾ ਇਹਦੇ ਕੋਲ ਆ, ਤੁਹਾਨੂੰ ਉਹ ਫੋਕ ਲੱਗ ਰਹੀ ਆ ਕਿ ਇਹ ਅਦਾਲਤ ਦੇ ਰਾਹੀਂ ਜਾਂ ਉਹ ਦੁਬਾਰਾ ਜਿਹੜਾ ਭਾਰਤ ਆਸੂਗਾ ਉਸ ਕੰਦੇ ਵਿੱਚ ਫਸ ਸਕਦਾ ਹੈ। ਹੋਪ ਤਾਂ ਹਮੇਸ਼ਾ ਹੀ ਹੁੰਦੀ ਹੈ, ਅਦਰਵਾਈਜ਼ ਤੁਸੀਂ ਇੰਨੀ ਲੰਬੀ ਸਟਰਗਲ ਕਰ ਨਹੀਂ ਸਕਦੇ। ਲੌਂਗ ਟਰਮ ਹੋਪ ਕਰਕੇ ਤਾਂ ਤੁਸੀਂ ਆਪਣੇ ਵੱਲੋਂ ਜੋ ਪੋਸੀਬਲ ਹੈ ਤੁਸੀਂ ਯੂਜ਼ ਲਾਅ ਨੂੰ ਤੁਸੀਂ ਸਟਾਰਟ ਕਰ ਦਿੰਦੇ। ਉਸ ਤੋਂ ਬਾਅਦ ਫਿਰ ਸਿਸਟਮ ਲੋਕੀ ਕਿਸੇ ਬੰਦੇ ਤੇ ਕੋਈ ਨਾ ਕੋਈ ਸ਼ੁਰੂ ਹੋ ਜਾਂਦਾ। ਸਭ ਤੋਂ ਵੱਡਾ ਇਮੀਡੀਏਟਲੀ ਇੰਪੈਕਟ ਅਸੀਂ ਐਕਸਪੈਕਟ ਕਰਦੇ ਹਾਂ ਕਿ ਪੋਲੀਟੀਕਲ ਪ੍ਰੋਸੈਸ ਹੀ ਆਊਟਰੇਜ ਹੋਏਗੀ, ਅਸੈਂਬਲੀ 'ਚ ਆਊਟਰੇਜ ਹੋਏਗੀ, ਚੀਫ ਮਿਨਿਸਟਰ ਨੂੰ ਗੁੱਸਾ ਆਏਗਾ, MLA ਨੂੰ ਗੁੱਸਾ ਆਏਗਾ ਕਿ ਸਾਡੀ ਪਾਰਟੀ ਦੇ ਕਿਹੋ ਜਿਹੇ ਬੰਦੇ ਨੇ ਜਿਹੜੇ ਇੰਨੇ ਜਿਸ ਗੱਲਾਂ ਤੇ ਤੁਸੀਂ ਇੰਨਾ ਸਾਰੀ ਪੰਜਾਬ ਦੀ ਪੋਲਿਟਿਕਸ ਟੈਰਰਿਜ਼ਮ ਦੇ ਖਿਲਾਫ ਹੈ, ਇੰਨਾ ਸ਼ੋਰ ਮਚਾਇਆ ਜਾਂਦਾ। ਕੱਲ੍ਹ DGP ਕਹਿ ਰਿਹਾ ਕਿ ਕਰਤਾਰਪੁਰ ਜਾਂਦੇ ਇੱਕ ਦਿਨ ਵੀ ਟ੍ਰੇਨ ਹੋ ਜਾਂਦੇ। ਇਹੋ ਜਿਹੇ ਮਾਹੌਲ ਵਿੱਚ ਤੁਸੀਂ ਕੈਬਨਿਟ ਵਿੱਚ ਉਹ ਬੰਦਾ ਬਿਠਾਇਆ ਜਿਹੜਾ ਸੈਲਫ ਕਨਫੈਸਡ ਐਟਲੀਸਟ ਅਕੰਪਲਿਸ਼ ਤਾਂ ਹੈ ਟੈਰਰਿਸਟ ਦਾ। ਔਰ ਤੁਹਾਡੇ ਕਿੰਨੀ ਤੁਹਾਡੀਆਂ ਚੀਜ਼ਾਂ ਬਦਲਦੀਆਂ, ਕਿੰਨਾ ਤੁਹਾਡਾ ਸੁਭਾਅ ਬਦਲਦਾ। ਕਿਉਂ ਤੁਸੀਂ ਐਂਟੀਸੀਡੈਂਟ ਤੇ ਇੰਨਾ ਜ਼ੋਰ ਲਾਉਂਦੇ ਹੋ? ਕਿਉਂਕਿ ਐਂਟੀਸੀਡੈਂਟ ਤੁਹਾਡੇ ਪੂਰੇ ਕਰੈਕਟਰ ਦੀ ਵਿੰਡੋ ਦੱਸਦਾ। ਕੋਈ ਬੰਦਾ ਟ੍ਰਾਂਸਫਾਰਮ ਨਹੀਂ ਹੁੰਦਾ ਕਿ ਤੁਹਾਡਾ ਹੱਥ ਲੱਗਿਆ ਤੁਸੀਂ ਬਣ ਗਏ ਅੱਜ ਸੰਤ ਬਣ ਗਏ। ਸੋ ਕਲੀਅਰਲੀ ਇਹ ਇੱਦਾਂ ਦੇ ਐਂਟੀਸੀਡੈਂਟ ਦਾ ਬੰਦਾ ਕੈਬਨਿਟ ਵਿੱਚ ਕਿਵੇਂ ਰਹਿ ਸਕਦਾ, MLA ਕਿਵੇਂ ਰਹਿ ਸਕਦਾ, ਇਲੈਕਸ਼ਨ ਕਿਵੇਂ ਲੜ ਸਕਦਾ। ਇਸ ਕਰਕੇ ਸਭ ਤੋਂ ਜ਼ਿਆਦਾ ਤਾਂ ਅਸੀਂ ਸੋਚਦੇ ਕਿ ਪੋਲੀਟੀਕਲ ਪ੍ਰੋਸੈਸ ਹੀ ਆਪਣਾ ਸੈਲਫ ਕਰੈਕਟਿੰਗ ਹੋਏਗਾ, ਪਬਲਿਕ ਓਪੀਨੀਅਨ ਹੀ ਸੈਲਫ ਕਰੈਕਟਿੰਗ ਹੋਏਗੀ। ਹੀ ਵਿਲ ਬੀ ਆਊਟ ਆਫ ਪਾਵਰ। ਜਿੱਦਣ ਪਾਵਰ 'ਤੇ ਆ ਗਿਆ ਉਦੋਂ ਕੇਸ ਚਲਾਉਣਾ ਤਾਂ ਬੜਾ ਆਸਾਨ ਹੈ, ਸਾਡੇ ਲਈ ਬੜਾ ਚਲਾਉਣਾ ਸਾਰਾ ਮੁਸ਼ਕਿਲ ਹੈ ਕਿ ਸਾਰਾ ਲੀਗਲ ਪ੍ਰੋਸੈਸ ਹੈਵੀਲੀ ਇਨਫਲੂਐਂਸਡ ਹੁੰਦਾ ਹੈ ਬਾਏ ਪੋਲੀਟੀਸ਼ੀਅਨਸ ਐਂਡ ਅਦਰ ਮਨੀ ਪਾਵਰ। ਇਹ ਇਸ ਕਰਕੇ ਸਭ ਤੋਂ ਪਹਿਲਾਂ ਪੋਜੀਸ਼ਨ ਆਫ ਪਾਵਰ ਤੋਂ ਬਾਹਰ ਕੱਢਣਾ ਹੈ। ਉਹ ਸਿਰਫ ਪੋਲੀਟੀਕਲ ਪ੍ਰੋਸੈਸ ਕਰ ਸਕਦਾ ਹੈ, ਉਹ ਸਿਰਫ ਚੀਫ ਮਿਨਿਸਟਰ ਕਰ ਸਕਦਾ, ਉਹ ਸਿਰਫ ਹਾਈ ਕਮਾਂਡ ਕਰ ਸਕਦੀ, ਪਾਰਟੀ ਕਰ ਸਕਦੀ ਹੈ। ਦੇਅਰਫੋਰ ਸਭ ਤੋਂ ਵੱਡੀ ਇੰਪੋਰਟੈਂਸ ਹੁੰਦੀ ਹੈ ਕਿ ਬੰਦੇ ਨੂੰ ਪੋਜੀਸ਼ਨ ਆਫ ਪਾਵਰ ਤੋਂ ਘੱਟੋ ਘੱਟ ਆਊਟ ਆਫ ਸ਼ੇਮ ਉਹਨਾਂ ਨੂੰ ਰਿਜ਼ਾਈਨ ਕਰਾਓ। ਉਸ ਤੋਂ ਬਾਅਦ ਲਾਅ ਵਿਲ ਫੋਲੋ। ਐਂਡ ਲਾਅ ਕੋਈ ਵੱਡੀ ਗੱਲ ਨਹੀਂ ਹੈਗੀ, ਲਾਅ ਤਾਂ ਸ਼ੁਰੂ ਹੋ ਜਾਏਗਾ। ਸਿੰਪਲ ਕੰਪਲੇਨੈਂਟ ਹੀ ਸਜ਼ਾ ਦਿਵਾ ਸਕਦਾ ਹੈ। ਔਰ ਸਾਰੇ ਜਿਹੜੇ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਪੂਰਾ ਲਿੰਕ ਹੁੰਦਾ ਹੈ। ਤੁਸੀਂ ਸਾਰੇ ਸਰਕਮਸਟੈਂਸ ਦੇਖੋ, ਇਹਦੇ ਵਿੱਚ 100% ਲਿੰਕ ਹੁੰਦਾ ਹੈ, ਸਾਰੀ ਚੇਨ ਲਿੰਕ ਹੁੰਦੀ ਹੈ। ਕੌਨਸਪੀਰੇਸੀ ਤਾਂ ਕਿਤੇ ਬਚ ਨਹੀਂ ਸਕਦੇ, ਕਿਉਂਕਿ ਜੇ ਉਹ ਥੋੜੇ ਜਿਹੇ ਇਮਾਨਦਾਰ ਹੁੰਦੇ ਤਾਂ ਉਹਨਾਂ ਨੇ ਕੋਈ ਨਾ ਕੋਈ ਡਾਕੂਮੈਂਟ ਕ੍ਰੀਏਟ ਕਰਨਾ ਸੀ ਕਿ ਅਸੀਂ ਕਿਉਂ ਨਹੀਂ ਇਨਫੋਰਮ ਕੀਤਾ। ਇਨਸੀਡੈਂਟ ਤਾਂ ਹੋਏ ਹੈ, ਇਹ ਕੋਈ ਫਿਕਟੀਸ਼ੀਅਸ ਇਨਸੀਡੈਂਟ ਥੋੜੀ ਹੈ, ਇਹ ਤਾਂ ਐਕਚੁਅਲੀ ਇਨਸੀਡੈਂਟ ਹੋਏ ਹੈ। ਗੁੜ ਮੰਡੀ 'ਚ ਬਲਾਸਟ ਹੋਇਆ, ਤਿੰਨਾਂ ਦਾ ਮਰਡਰ ਹੋਇਆ, ਹੈੱਡ ਕਾਂਸਲ ਦਾ ਮਰਡਰ ਹੋਇਆ, ਚਲਾਨ ਪੇਸ਼ ਹੋਏ ਨੇ, ਲੋਕਾਂ ਦੇ ਖਿਲਾਫ ਕੇਸ ਚੱਲੇ ਨੇ, ਇੱਕ ਦੇ ਖਿਲਾਫ ਨਹੀਂ ਚੱਲਿਆ। ਇਸ ਕਰਕੇ ਕਿਉਂ ਨਹੀਂ ਚੱਲੇਗਾ ਜੀ? 3 ਦੇ ਖਿਲਾਫ ਹੈ, ਚੌਥੇ ਦੇ ਖਿਲਾਫ ਕਿਉਂ ਨਹੀਂ ਚੱਲੇਗਾ ਜੀ? ਐਵੀਡੈਂਸ ਔਰ ਸਾਡਾ ਜਿਹੜਾ ਲਾਅ ਹੈ, ਚਾਰਜ ਚਲਾਉਣ ਲਈ ਤੁਹਾਨੂੰ ਕੋਈ ਬਿਯੋਂਡ ਰੀਜ਼ਨੇਬਲ ਪ੍ਰੂਫ ਨਹੀਂ ਚਾਹੀਦਾ। ਚਾਰਜ ਚਲਾਉਣ ਲਈ ਤੁਹਾਨੂੰ ਸਿਰਫ ਸ਼ੱਕ ਹੀ ਕਾਫੀ ਹੈ। ਜੇ ਰੀਜ਼ਨੇਬਲ ਸਸਪੈਕਸ਼ਨ ਪੈਦਾ ਹੋ ਜਾਏ ਕਿ ਬੰਦਾ ਮਾਈਟ ਬੀ ਇਨਵੋਲਵਡ ਇਨ ਦਾ ਕ੍ਰਾਈਮ, ਤੇ ਤੁਹਾਡਾ ਮੁਕੱਦਮਾ ਸ਼ੁਰੂ ਹੋ ਜਾਂਦਾ ਹੈ। ਉਹ ਇਕੁਇਟਲ ਦੇ ਵੇਲੇ ਹੁੰਦਾ ਕਿ ਤੁਸੀਂ ਬਿਯੋਂਡ ਰੀਜ਼ਨੇਬਲ ਡਾਊਟ ਦੇਖੋਗੇ ਜੀ, ਦੇਖੋ ਇਹਨਾਂ ਨੂੰ ਸ਼ੱਕ ਹੈ ਛੱਡਾਂਗੇ, ਉਹ ਬਾਅਦ ਦੀ ਗੱਲ ਹੈ। ਮੁਕੱਦਮਾ ਚੱਲਣ ਦੀ ਤਾਂ ਬਹੁਤ ਐਵੀਡੈਂਸ ਹੈ। ਜਿਨ੍ਹਾਂ ਲੋਕਾਂ ਦੇ ਖਿਲਾਫ ਚਲਾਨ ਪੇਸ਼ ਹੋਏ ਜਿਹਨਾਂ ਦੀ ਤੁਸੀਂ ਗੱਲ ਕਰਦੇ ਆ, ਉਹ ਬੰਦੇ ਵਿੱਚ ਕਿਆ ਹੋਇਆ, ਤੁਹਾਨੂੰ ਸਜ਼ਾ ਹੋਈ ਕਿ ਬਰੀ ਹੋਈ? ਉਹ ਦੱਸ ਜਿਹੜਾ ਤਾਂ ਜੀ ਟ੍ਰਿਪਲ ਮਰਡਰ ਸੀਗਾ ਸਰ, ਇੱਕ ਤੁਸੀਂ ਐਡ ਆਨ ਕਰ ਦਿਓ ਜੀ। ਮਤਲਬ ਇੱਕ ਤੋਂ ਤੁਸੀਂ ਕਿਹਾ ਕਿ 2212 2016 ਦੇ ਵਿੱਚ ਚਲਾਨ ਪੇਸ਼, ਠੀਕ ਹੈ ਨਾ, ਤੇ ਆਸ਼ੂ ਨੂੰ ਕੋਈ ਸਜ਼ਾ ਹੋਈ ਸੀ ਜਾਂ ਉਹਨੂੰ ਮਾਫੀ ਹੋਈ ਸੀ?
ਬਾਕੀ ਲੋਕਾਂ ਨੂੰ ਮੈਂ ਪਹਿਲਾਂ ਤੁਹਾਡਾ ਜਵਾਬ ਦੇ ਦਿੰਦਾ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਟੈਕਨੀਕਲ ਗਰਾਊਂਡ ਤੇ ਇੱਕ origignal ਜਿਹੜਾ ਪੇਜ ਸੀਗਾ ਉਸ ਕਨਫੈਸ਼ਨਲ ਸਟੇਟਮੈਂਟ ਦਾ, ਉਹਨੂੰ ਵਿੱਚੋਂ ਫਾਈਲ ਚੋਂ ਪਾਸੇ ਕਰਕੇ ਉਸ ਬਿਆਫ ਤੇ ਇਹਨਾਂ ਨੂੰ ਬਰੀ ਕੀਤਾ ਗਿਆ। ਅਦਰਵਾਈਜ਼ ਉਹਨੂੰ ਪ੍ਰੂਵ ਕਰਨ ਵਾਸਤੇ ਸੈਕੰਡਰੀ ਐਵੀਡੈਂਸ ਦਾ ਪ੍ਰੋਵੀਜ਼ਨ ਹੁੰਦੀ ਹੈ। ਨਹੀਂ, ਟੈਂਪਰਿੰਗ ਨਹੀਂ, ਉਹਨੂੰ ਆਊਟ ਕੀਤਾ ਗਿਆ ਵਿੱਚੋਂ, ਠੀਕ ਹੈ, ਬਟ ਉਹਦਾ ਟਰੈਕ ਤਾਂ ਹੈਗਾ ਨਾ, ਇੱਕ ਚੀਜ਼ ਗਈ ਹੈ, ਉਹਨੂੰ ਤੁਸੀਂ ਵਿੱਚੋਂ ਮਿਸ ਕਰਤਾ। ਇਹ ਤਾਂ ਕੋਈ ਕਿਸੇ ਕਲਰਕ ਲੈਵਲ ਦੇ ਬੰਦੇ ਨੂੰ ਕਹਿ ਕੇ ਕਰਾ ਸਕਦੇ ਹੋ ਤੁਸੀਂ, ਪਰ ਉਹਦਾ ਟਰੈਕ ਤਾਂ ਹੈ ਨਾ, ਟਰੈਕ ਤਾਂ ਫੋਲੋ ਕਰਨਾ ਸੀ ਨਾ। ਜੇ original ਡਾਕੂਮੈਂਟ ਉੱਥੇ ਪੋਸੀਬਲ ਵਿੱਚ ਨਹੀਂ ਹੈਗਾ ਸੀਗਾ ਤਾਂ ਉਹਦਾ ਟਰੈਕ ਸੀਗਾ ਕਰਨ ਵਾਸਤੇ। ਉਹ ਟਰੈਕ ਮਤਲਬ ਮੇਰੇ ਕੋਲ ਤਾਂ ਰਿਕਾਰਡ ਸਾਰਾ, ਤੁਹਾਡੇ ਕੋਲ ਟਾਈਮ ਤਾਂ ਮੈਂ ਦੱਸ ਦਿੰਦਾ ਕਿ ਐਸਡੀਐਮ ਦੇ ਆਫਿਸ 'ਚ ਆਉਣਾ ਸੀ, ਉਸ ਤੇ ਉਹ ਜਿਹੜਾ ਕਰਨਾ ਸੀਗਾ। ਤਾਂ ਐਸਡੀਐਮ 92 ਵਿੱਚ ਐਸਡੀਐਮ ਇੱਕ ਹੁੰਦਾ ਸੀ ਉੱਥੇ, ਠੀਕ ਹੈ, ਤੇ 90 ਸ਼ਾਇਦ 5 ਤੋਂ ਬਾਅਦ ਦੁਬਾਰਾ ਐਸਡੀਐਮ ਉੱਥੇ 2 ਦਿਨ ਲੱਗੇ। ਤਾਂ ਜਿਹੜਾ ਰਿਕਾਰਡ ਮੰਗਿਆ ਗਿਆ ਉਹ ਮੰਗਿਆ ਗਿਆ ਐਸਡੀਐਮ ਵੈਸਟ ਤੋਂ, ਠੀਕ ਹੈ, ਜਿਹੜਾ ਕਿ ਬਾਅਦ 'ਚ ਬਣਿਆ ਹੋਇਆ। ਇੱਥੋਂ ਵੀ ਕਲੀਅਰ ਕੱਟ ਹੁੰਦਾ। ਹੁਣ ਮੇਰੇ ਕੋਲ ਰਿਕਾਰਡ ਹੈ, ਮੈਂ ਤੁਹਾਨੂੰ ਦਿਖਾ ਦਿੰਦਾ ਬਾਅਦ ਦੇ ਵਿੱਚ ਕਿ ਉਹ ਈਸਟ ਦੇ ਵਿੱਚੋਂ ਰਿਕਾਰਡ ਕੀਤਾ ਪਤਾ, ਉਸੇ ਦਿਨ ਕਨਵੈਨਸ਼ਨ ਸਟੇਟਮੈਂਟਾਂ ਲਿਖੀਆਂ ਗਈਆਂ, ਉਸੇ ਦਿਨ ਉੱਥੇ ਰਿਸੀਵ ਹੋਈਆਂ ਐਸਡੀਐਮ ਦੇ, ਠੀਕ ਹੈ, ਤੇ ਇਹਦਾ ਮਤਲਬ ਐਸਡੀਐਮ ਦੇ ਰਿਸੀਵ ਹੋਈਆਂ, ਐਸਡੀਐਮ ਨੇ ਤਾਂ ਨਹੀਂ ਆਪਣੇ ਕੋਲ ਰੱਖ ਲਈਆਂ ਨਾ, ਉਹ ਤਾਂ ਭੇਜੂਗਾ ਹੀ। ਉਹ ਤੋਂ ਬਾਅਦ ਉੱਥੋਂ ਪਾਸੇ ਕੀਤੀਆਂ ਗਈਆਂ। ਤਾਂ ਜਿਹੜੀ ਸੈਕੰਡਰੀ ਐਵੀਡੈਂਸ ਹੈ ਉਹਦੇ ਵਿੱਚ ਅਵੇਲੇਬਲ ਸੀ। ਉਸ ਟਾਈਮ ਦੀ ਕੋਰਟ ਨੇ ਇਹਨਾਂ ਨੂੰ ਮਤਲਬ ਦੁਬਾਰਾ ਅਪੀਲ ਨਹੀਂ ਕੀਤੀ ਪ੍ਰੋਸੀਕਿਊਸ਼ਨ ਨੇ ਵੀ ਅਸੀਂ ਸੈਕੰਡਰੀ ਐਵੀਡੈਂਸ ਦੇਣਾ ਚਾਹੁੰਦੇ ਹਾਂ, ਜਸਟ ਡਿਲੇ ਕਰਕੇ ਵੀ ਉਹ ਆ ਨਹੀਂ ਰਿਹਾ ਜੀ, ਐਸਡੀਐਮ ਤੋਂ ਆ ਨਹੀਂ ਰਿਹਾ, ਤੇ ਐਸਡੀਐਮ ਤੋਂ ਗਲਤ ਮੰਗ ਰਹੇ ਸੀ, ਠੀਕ ਹੈ। ਇਸ ਬਿਹਾਫ ਤੇ ਟੈक्निकल ग्राउंड पे बरी किया। ये थोड़ा जवाब इसके बाद, हाँ मेरे पास है सारा, भी मैं लिया हुआ है, उसमें है एंट्री हाँ उस करके। हाँ थोड़ा मैं दस दा जी ट्रिपल मर्डर का सीगा, ट्रिपल मर्डर होया सी पायल थाने दे विच, ठीक है। ਉਹ 3 ਆਦਮੀ ਜਿਹੜੇ ਇਹਨਾਂ ਕੋਲ ਗਏ ਸੀ, ਮਤਲਬ ਉਹ ਨਹੀਂ ਨਾਮਜ਼ਦ ਹੋਏ। ਉਹ ਕੀ ਹੋਇਆ, ਨੈਚੁਰਲੀ ਜਦੋਂ ਇਸ ਤਰ੍ਹਾਂ ਦੇ ਅੱਤਵਾਦ ਦੇ ਕ੍ਰਾਈਮ ਹੁੰਦੇ ਆ ਉਦੋਂ ਮੌਕੇ ਤੇ ਤਾਂ ਪਤਾ ਨਹੀਂ ਹੁੰਦਾ, ਉਹ ਬਾਅਦ ਵਿੱਚ ਹੀ ਹੁੰਦਾ। ਹੁਣ ਜਿਹੜਾ ਤਾਂ ਐਕਚੁਅਲੀ ਬਣਦਾ ਸੀ ਉਹ ਇਹ ਸੀ ਕਿ ਇਹ ਐਸਐਚਓ ਜਿਹੜਾ ਸਾਹਿਬਾਨ ਦਾ ਉਸ ਟਾਈਮ ਸੀ, ਜਿਹਦੇ ਅੱਗੇ ਕਨਫੈਸ਼ਨ ਸਟੇਟਮੈਂਟ ਹੋਈ ਸੀ, ਉਹ ਆਪਣੇ ਹੀ ਮਤਲਬ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਨੂੰ ਦੱਸਦਾ ਵੀ ਇਹ ਮਤਲਬ ਕਨਫੈਸ਼ਨ ਕਰ ਲਿਆ ਤੁਹਾਡੇ ਇਸ ਕ੍ਰਾਈਮ ਦਾ। ਉਹਨਾਂ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣਾ ਹੀ ਨਹੀਂ ਵੇਖਿਆ 40 ਹੌਲਦਾਰ ਦਾ ਮਰਡਰ ਸਰਾਭਾ ਨਗਰ ਦੇ ਥਾਣੇ ਦੇ 40 ਨੰਬਰ 'ਚ ਇਹਨੂੰ ਚਲਾਨ ਨਹੀਂ ਕੀਤਾ ਗਿਆ, ਉਹ ਤਾਂ ਫਿਰ ਦੂਜਾ ਥਾਣਾ ਸੀਗਾ। ਇਹਨਾਂ ਨੇ ਇਨਫੋਰਮੇਸ਼ਨ ਹੀ ਨਹੀਂ ਭੇਜੀ। ਉਹਨਾਂ ਨੇ ਕਿਸੇ ਬੰਦੇ ਦਾ ਐਕਸਟਰਾ ਜੁਡੀਸ਼ੀਅਲ ਬਿਆਨ ਲਿਖ ਕੇ 3 ਹੋਰ ਬੰਦੇ ਨਾਮਜ਼ਦ ਕਰ ਲਏ ਉਹਦੇ ਵਿੱਚ। ਉਹ ਤਿੰਨੇ ਮੁਕਾਬਲੇ 'ਚ ਮਾਰੇ ਗਏ ਤੇ ਉਹ ਕੇਸ ਨੂੰ ਅਨਟ੍ਰੇਸ ਦੇ ਕੇ ਅੱਜ ਵੀ ਪੈਂਡਿੰਗ ਤੇ। ਉਹ ਤਾਂ 1 ਮਿੰਟ 'ਚ ਖੁੱਲੇਗਾ। हाँ जी उदों दी सर मैनू पता लगूगा तो आऊँगा जी। मैं 92 तो मैं भी अजे ज्वाइन ही किया सीगा ते मैनू कुछ पता, मेरे को अज प्रॉब्लम आई है ना मैनू, ठीक है, तां ही मैं देखने वास्ते गया तो मैनू कुछ मिले जो मिले हुआ एविडेंस। मैं फिर अगे भी बेनती की थी, कोई इल्जाम नहीं है। मैं कहना इनू चैक करो, जे ये गलत है मैनू नाल दी नाल अंदर करो, जेल भेजो जी, अंदर डिसमिस क्यों करना है, ठीक है। तो नहीं तो घट्टो घट्ट इनू उतार के ट्रायल तो कर दो, ठीक है, बाकी कोर्ट देख लूगी जे बरी होगा तो। इल्जाम तो मैं नहीं लाए हुए, बयान तो मैं नहीं दिता होया, ਇਹਦਾ ਬਿਆਨ ਹੈ। ਇਹ ਤੁਸੀਂ ਦੇਖੋ ਤਾਂ ਸਹੀ, ਬੰਬ ਵੀ ਸਾਹਮਣੇ ਬਣ ਰਹੇ ਆ, ਸੁਜੈਸ਼ਨ ਵੀ ਦੇ ਰਹੇ ਆ। ਹੁਣ ਉਹ ਗੁੜ ਮੰਡੀ ਏਰੀਆ ਬਿਲਕੁਲ ਬਾਜ਼ਾਰ ਸੀਗਾ, ਠੀਕ ਆ, ਔਰ ਹਿੰਦੂ ਮੈਂ ਦੱਸਦਾ ਹਿੰਦੂ ਬਹੁਲੌਤ ਏਰੀਆ ਹੈਗਾ, ਠੀਕ ਹੈ। ਉੱਥੇ ਹੋਇਆ ਕੀ ਸੀ ਜੀ, ਬੰਦੇ ਬਹੁਤ ਮਰਦੇ ਸੀ ਉੱਥੇ। ਜਦੋਂ ਇਹ ਉੱਥੇ ਝੋਲਾ ਰੱਖ ਕੇ ਆ ਗਏ ਸੀ ਨਾ ਬੰਬ ਵਾਲਾ, ਤਾਂ ਉੱਥੇ ਵੀ ਰੌਲਾ ਪੈ ਗਿਆ। ਉਹ ਲੋਕ ਥੋੜੇ ਅਵੇਅਰ ਹੁੰਦੇ ਸੀਗੇ, ਤਾਂ ਕਿਸੇ ਨੇ ਕਹਿਤਾ ਵੀ ਕੋਈ ਚੀਜ਼ ਸ਼ੱਕੀ ਪਈ ਹੋਈ ਹੈ, ਠੀਕ। ਇਹ FIR 'ਚ ਲਿਖਿਆ ਹੋਇਆ, ਮੈਂ ਪੜਵਾ ਦੂੰਗਾ, ਠੀਕ ਹੈ। ਉਹਨਾਂ ਨੇ ਵਾਇਰਲੈਸ ਕਰਤੀ ਪੁਲਿਸ ਨੂੰ ਵੀ ਇੱਥੇ ਕੋਈ ਚੀਜ਼ ਪਈ ਹੈ, ਠੀਕ ਹੈ। ਤੇ ਇੰਨੇ ਲੋਕ ਅਲਰਟ ਹੋ ਗਏ। अलर्ट हो गए, उस तो बाद जो तक पुलिस पहुंचती है बलास्ट हो गया। इसके बावजूद भी उत्थे 5-6 बंदे जख्मी हुए और मतलब शटर टुटे, मतलब बहुत मतलब मेजर नुकसान होया, पर बंदे तां नहीं मरे क्योंकि पहला हो गया सी। FIR कहती मैं नहीं करता, और ਉਹਦੇ ਵਿੱਚ ਇਹ स्टेटमेंट लगी हुई है जी। अभी किसी कोर्ट में नहीं है, अभी तो होगा। मैंने कंप्लेंट दे दी है कमिश्नर साहब को, सारी बिल्कुल जो डिटेल है सारे केसों में जो आपको बता रहा हूँ, ठीक है। वो कंप्लेंट मैंने दे दी है, अपनी तरफ से दी है, ठीक है। इसकी पैरवाई करूंगा मैं, हो ही नहीं सकता कि ट्रायल ना होगा 100%। ये तो कन्फेशन स्टेटमेंट है, ये बताओ ਉਹਦੇ ਨਾਲੋਂ ਮਤਲਬ 90% ਇਹ ਤਾਂ ਸਿਰਫ ਇਹਨੂੰ ਪ੍ਰੂਵ ਕਰਨਾ ਹੈ। ਉਹਨੂੰ ਇਹ SDM ਈਸਟ ਦਾ ਆਫਿਸ ਜਿਹੜਾ ਪ੍ਰੂਵ ਕਰ ਰਿਹਾ ਕਿ ਇਹ ਜਿਹੜੀ ਇਹ ਲਿਖੀ ਗਈ ਹੈ ਤੇ ਸਾਡੇ ਕੋਲ ਪਹੁੰਚੀ ਹੈ। ਤਾਂ ਨੋ ਵਨ ਕੈਨ ਸੇਵ ਹਿਮ। ਟਾਈਮ ਹੈ, ਜਿੰਨਾ ਚਿਰ ਅੱਗੇ ਬਚ ਗਿਆ ਹੋਇਆ ਉਹ ਅਸੀਂ ਪੈਰਵਾਈ ਕਰਾਂਗੇ ਅਖੀਰ ਤੱਕ, मतलब ਦੀ ਕਰਾਂਗੇ। मतलब ये होगा कि इसमें चालान पेंडिंग है सर। हाँ ਤਾਂ ਭਾਰਤ ਭੂਸ਼ਣ ਆਸ਼ੂ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਤੁਹਾਨੂੰ ਦੱਸਦੀ ਕਿ ਮੁਅੱਤਲ DSP ਬਲਵਿੰਦਰ ਸਿੰਘ ਸੇਖੋਂ ਨੇ ਲਗਾਇਆ। ਮੈਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਕਰਕੇ ਮੁਅੱਤਲ ਕੀਤਾ ਗਿਆ। ਤੁਹਾਨੂੰ ਦੱਸਦੀ ਕਿ ਹਾਈ ਕੋਰਟ ਦਾ ਰੁਖ ਵੀ ਉਹਨਾਂ ਵੱਲੋਂ ਕੀਤਾ ਗਿਆ ਤੇ ਗੁੜ ਮੰਡੀ ਬੰਬ ਧਮਾਕੇ ਦਾ ਜ਼ਿਕਰ ਕੀਤਾ ਗਿਆ ਕਿ ਸਾਜ਼ਿਸ਼ ਵਿੱਚ ਭਾਰਤ ਭੂਸ਼ਣ ਵੀ ਸ਼ਾਮਲ ਸੀ। ਮੁਅੱਤਲ DSP ਬਲਵਿੰਦਰ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਭਾਰਤ ਭੂਸ਼ਣ ਆਸ਼ੂ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ ਹੈ ਸੇਖੋਂ ਨੇ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਵੀ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਕਰਕੇ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਗੁੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਦਾ ਰੋਲ ਸੀਗਾ, ਉਹਨਾਂ ਨੇ ਹੀ ਇਹ ਸਾਜ਼ਿਸ਼ ਰਚੀ ਸੀਗੀ। ਇਸ ਗੱਲ ਦਾ ਵੀ ਜ਼ਿਕਰ ਮੀਡੀਆ ਦੇ ਮੁਖਾਤਿਬ ਹੁੰਦਿਆਂ ਮੁਅੱਤਲ ਡੀਐਸਪੀ ਵੱਲੋਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮੀਡੀਆ ਨੂੰ ਬਰੀਫ ਕਰਦੇ ਹੋਏ ਇਹਨਾਂ तमाम ਗੱਲਾਂ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਸਾਫ਼ ਤੌਰ ਤੇ ਉਹ ਬਿਆਨ ਵੀ ਪੜਿਆ ਜ਼ਿਲ੍ਹੇ ਵਿੱਚ ਕਨਫੈਸ਼ਨ ਭਾਰਤ ਭੂਸ਼ਣ ਆਸ਼ੂ ਦਾ ਸੀਗਾ ਤੇ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਕਰਕੇ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸਿੰਘ ਸੇਖੋਂ ਨੂੰ ਮੁਅੱਤਲ ਕੀਤਾ ਗਿਆ ਹੈ। ਗੁੜ ਮੰਡੀ ਬੰਬ ਧਮਾਕੇ ਦਾ ਵੀ ਜ਼ਿਕਰ ਕੀਤਾ ਗਿਆ ਕਿ ਸਾਜ਼ਿਸ਼ ਇਸ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਦਾ ਰੋਲ ਸੀਗਾ। ਤਾਂ ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਅੱਤਵਾਦੀਆਂ ਨੂੰ ਪਨਾਹ ਦੇਣ ਦਾ ਵੀ ਭਾਰਤ ਭੂਸ਼ਣ ਆਸ਼ੂ ਤੇ ਇਲਜ਼ਾਮ ਲਗਾਇਆ ਹੈ। ਸੋਸ਼ਲ ਮੀਡੀਆ ਤੇ ਕਮੈਂਟ ਕਰਨ ਕਰਕੇ ਮੈਨੂੰ ਮੁਅੱਤਲ ਕੀਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਗੁੜ ਮੰਡੀ ਬੰਬ ਧਮਾਕੇ ਦਾ ਵੀ ਜ਼ਿਕਰ ਕੀਤਾ ਗਿਆ ਕਿ ਗੁੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ ਵੀ ਭਾਰਤ ਭੂਸ਼ਣ ਆਸ਼ੂ ਨੇ ਹੀ ਰਚੀ ਸੀ। ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਤੇ ਮੀਡੀਆ ਨੂੰ ਬਰੀਫ ਕਰਦੇ ਹੋਏ तमाम ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਤੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਜੇ ਕਾਰਵਾਈ ਹੁੰਦੀ ਹੈ ਤੇ ਉਹ ਲਗਾਤਾਰ ਪੈਰਵੀ ਕਰਦੇ ਰਹਿਣਗੇ ਮਾਮਲੇ ਵਿੱਚ ਤੇ ਕੋਰਟ ਦਾ ਰੁਖ ਵੀ ਜ਼ਰੂਰ ਕਰਨਗੇ। ਤਾਂ ਕਈ ਗੰਭੀਰ ਇਲਜ਼ਾਮ ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਤੇ ਲਗਾਏ ਨੇ। ਤੁਹਾਨੂੰ ਦੱਸ ਦਈਏ ਕਿ तमाम ਗੱਲਾਂ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਅੱਤਵਾਦੀਆਂ ਨੂੰ ਪਨਾਹ ਦਿੱਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਇਲਜ਼ਾਮ ਉਹਨਾਂ ਨੇ ਲਗਾਇਆ ਆਸ਼ੂ ਤੇ ਮੈਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਕਰਕੇ ਮੁਅੱਤਲ ਕੀਤਾ ਗਿਆ। ਗੁੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ ਵੀ ਭਾਰਤ ਭੂਸ਼ਣ ਆਸ਼ੂ ਨੇ ਹੀ ਰਚੀ ਸੀ। ਇਹਨਾਂ तमाम ਗੱਲਾਂ ਦਾ ਜ਼ਿਕਰ ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੇ ਕੀਤਾ। ਅੱਜ ਮੀਡੀਆ ਦੇ ਮੁਖਾਤਿਬ ਹੋ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਆਸ਼ੂ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ ਹੈ। ਮੁਅੱਤਲ ਡੀਐਸਪੀ ਨੇ ਮੈਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਮੁਅੱਤਲ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਗੁੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ ਵੀ ਭਾਰਤ ਭੂਸ਼ਣ ਆਸ਼ੂ ਨੇ ਰਚੀ ਸੀ। ਇਹਨਾਂ तमाम ਗੱਲਾਂ ਦਾ ਜ਼ਿਕਰ ਅੱਜ ਬਲਵਿੰਦਰ ਸੇਖੋਂ ਨੇ ਕੀਤਾ, ਜਿਨ੍ਹਾਂ ਨੂੰ ਕਿ ਮੁਅੱਤਲ ਕੀਤਾ ਗਿਆ। ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ। ਕਈ ਗੰਭੀਰ ਇਲਜ਼ਾਮ ਭਾਰਤ ਭੂਸ਼ਣ ਆਸ਼ੂ ਤੇ ਲਗਾਏ ਨੇ।